ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਹੈ ਜੇ ਐਸ ਸੰਧੂ। ਅੱਜ ਆਪਾਂ ਗੱਲ ਕਰਾਂਗੇ 6th ਪੇ ਕਮਿਸ਼ਨ ਦੇ ਅਕੋਰਡਿੰਗ ਜੋ ਪੰਜਾਬ ਪੇ ਰਿਵੀਜ਼ਨ ਰੂਲਸ ਨੇ 2021 ਉਹਦੇ ਅਕੋਰਡਿੰਗ ਜੋ ਪੇ ਕਮਿਸ਼ਨ ਦੇ ਕੈਲਕੂਲੇਸ਼ਨਸ ਲਈ ਇੱਕ ਐਕਸਲ ਫਾਈਲ ਤਿਆਰ ਕੀਤੀ ਸੀ ਜਿਹਦਾ ਨਾਮ ਤਾਂ 6th ਪੀਪੀਸੀ ਕੈਲਕੂਲੇਟਰ। ਸੋ ਉਸ ਕੈਲਕੂਲੇਟਰ ਨੂੰ ਆਪਾਂ ਚਲਾਉਣਾ ਕਿਸ ਤਰ੍ਹਾਂ। ਸੋ ਮੈਂ ਆਪਣੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਸ਼ੁਕਰਗੁਜ਼ਾਰ ਹਾਂ ਮਿਸਟਰ ਰਵੀ ਸਿਆਲ ਸਰ ਦਾ, ਜਿਨ੍ਹਾਂ ਨੇ ਇਹਨੂੰ ਡਿਵੈਲਪ ਕਰਨ ਦੇ ਵਿੱਚ ਇਹਨੂੰ ਸਮਝਣ ਦੇ ਵਿੱਚ ਮੇਰੀ ਬਹੁਤ ਹੈਲਪ ਕੀਤੀ। ਮੈਂ ਸ਼ੁਕਰਗੁਜ਼ਾਰ ਹਾਂ ਮਿਸਟਰ ਸੁਰੇਸ਼ ਕੁਮਾਰ ਜੀ ਦਾ, ਉਹਨਾਂ ਨੇ ਵੀ ਇਹਦੀ ਟੈਸਟਿੰਗ ਵਿੱਚ ਮੇਰੀ ਕਾफ़ੀ ਹੈਲਪ ਕੀਤੀ ਹੈ। ਨਾਲ ਹੀ ਮੈਂ ਸ਼ੁਕਰਗੁਜ਼ਾਰ ਹਾਂ ਤੁਹਾਡਾ ਸਾਰਿਆਂ ਦਾ, ਜਿਨ੍ਹਾਂ ਨੇ ਜਿਹੜਾ ਇਹਦਾ ਪਹਿਲਾਂ ਵਾਲੇ ਵਰਜ਼ਨ ਸੀ ਉਹਨੂੰ ਦੇਖ ਕੇ ਜਾਂ ਉਹਨੂੰ ਟਰਾਈ ਕਰਕੇ ਜੋ ਮੈਨੂੰ ਸੁਜੈਸ਼ਨਸ ਭੇਜੇ ਤਾਂ ਕਿ ਇਹਨੂੰ ਆਪਾਂ ਹੋਰ ਵਧੀਆ ਇੰਪਰੂਵ ਕਰ ਸਕੀਏ ਤਾਂ ਕਿ ਇਹਦੀ ਐਕੂਰੇਸੀ ਨੂੰ ਵਧਾਇਆ ਜਾ ਸਕੇ। ਸੋ ਮੈਂ ਗੱਲ ਕਰਦਾ, ਇਹ ਜਿਹੜਾ ਤੁਸੀਂ ਵੀਡੀਓ ਹੁਣ ਦੇਖ ਰਹੇ ਹੋ ਇਹ ਸੈਕਿੰਡ ਪਾਰਟ ਹੈ। ਫਸਟ ਪਾਰਟ ਦੇ ਵਿੱਚ ਬੇਸਿਕ ਅੰਡਰਸਟੈਂਡਿੰਗ ਥੋੜ੍ਹੀ ਦਿੱਤੀ ਸੀ, ਉਹ ਪੁਰਾਣੇ ਵਰਜ਼ਨ ਦੇ ਬਾਰੇ ਸੀ। ਹੁਣ ਜੋ ਲੇਟੈਸਟ ਵਰਜ਼ਨ ਅੱਜ ਦੀ ਡੇਟ 'ਚ ਮੇਰੇ ਕੋਲ ਹੈ ਉਹਦੇ ਬਾਰੇ ਅੱਜ ਆਪਾਂ ਡਿਸਕਸ ਕਰਾਂਗੇ। ਸੋ ਸਭ ਤੋਂ ਪਹਿਲਾਂ ਇਹਨੂੰ ਸਮਝਣ ਲਈ ਇਸ ਤਰ੍ਹਾਂ ਵੀ ਜਦੋਂ ਵੀ ਆਪਾਂ ਇਹ ਫਾਈਲ ਚਲਾਉਣੀ ਆ ਇਹਦੇ ਉੱਪਰ ਸਿਕਿਉਰਿਟੀ ਵਾਰਨਿੰਗ ਆਉਂਦੀ ਹੈ। ਜਿਸ ਤਰ੍ਹਾਂ ਤੁਸੀਂ ਇਹ ਦੇਖ ਰਹੇ ਹੋਵੋਗੇ ਇੱਥੇ ਇੱਕ ਯੈਲੋ ਕਲਰ ਦਾ ਬਾਰ ਬਣਿਆ ਹੋਇਆ। ਸੋ ਜਿਹੜੇ ਤਾਂ ਨਵੇਂ ਵਰਜ਼ਨ ਨੇ ਆਫਿਸ ਦੇ ਐਕਸਲ ਦੇ, ਜਿਸ ਤਰ੍ਹਾਂ 2013 2010 ਜਾਂ 2016 ਉਹਨਾਂ ਦੇ ਵਿੱਚ ਇੱਥੇ ਇਨੇਬਲ ਕੰਟੈਂਟ ਆਉਂਦਾ। ਸੋ ਆਪਾਂ ਸਿੰਪਲੀ ਇਨੇਬਲ ਕੰਟੈਂਟ 'ਤੇ ਕਲਿੱਕ ਕਰ ਦੇਣਾ। ਸੋ ਆਪਣੇ ਜੋ ਮੈਕਰੋਜ਼ ਨੇ ਇਹਨੂੰ ਚਲਾਉਣ ਲਈ, ਜੋ ਫਾਰਮੂਲੇ ਚੱਲਣ ਲਈ ਜੋ ਰਿਕੁਆਇਰਮੈਂਟ ਹੈ ਸੈਟਿੰਗਸ, ਉਹ ਆਪਦੇ ਆਪ ਹੋ ਜਾਂਦੀਆਂ ਨੇ। ਪਰ ਜੋ ਆਫਿਸ 2007 ਹੈ ਉਹਦੇ ਵਿੱਚ ਪ੍ਰੋਬਲਮਸ ਆ ਰਹੀਆਂ ਨੇ, ਕਾफ़ੀ ਮੈਨੂੰ ਕਾਲਸ ਆਈਆਂ। ਉਹਦੇ ਵਿੱਚ ਆਪਾਂ ਨੂੰ ਮੈਕਰੋਜ਼ ਮੈਨੂਅਲੀ ਅਨੇਬਲ ਕਰਨੇ ਪੈਂਦੇ ਆ। ਸੋ ਉਹਦੇ ਲਈ ਮੈਂ ਅਲੱਗ ਤੋਂ ਇੱਕ ਛੋਟਾ ਜਿਹਾ ਵੀਡੀਓ ਬਣਾ ਕੇ ਮੇਰਾ ਜੋ ਚੈਨਲ ਹੈ ਆਪਣੇ YouTube ਦਾ ਉਹਦੇ 'ਤੇ ਮੈਂ ਸ਼ੇਅਰ ਕਰੂੰਗਾ। ਸੋ ਉਸ ਚੈਨਲ ਨੂੰ ਦੇਖਣ ਲਈ ਤੁਸੀਂ ਜੋ ਇੰਸਟਰਕਸ਼ਨਸ ਦਾ ਪੇਜ ਹੈ ਉਹਦੇ 'ਤੇ ਮੈਂ ਇਹ YouTube ਦਾ ਚੈਨਲ ਦਿੱਤਾ, ਜੋ ਵੀ ਵੀਡੀਓ ਪਾਊਂਗਾ ਇਹਦੇ 'ਤੇ ਅਪਲੋਡ ਕਰੂੰਗਾ ਜੀ, ਜਾਂ ਫਿਰ ਜੋ ਫੇਸਬੁੱਕ ਦਾ ਪੇਜ ਹੈ ਉਹਦੇ 'ਤੇ ਤੁਹਾਨੂੰ ਇਹ ਵੀਡੀਓਜ਼ ਮਿਲ ਜਾਣਗੀਆਂ। ਸੋ ਅਗਰ ਤੁਸੀਂ ਆਫਿਸ 2007 ਯੂਜ਼ ਕਰ ਰਹੇ ਹੋ ਤਾਂ ਉਹਦੇ ਵਿੱਚ ਮੈਕਰੋਜ਼ ਦੇ ਐਕਟਿਵ ਐਕਸੈਸ ਸੈਟਿੰਗਸ ਨੂੰ ਅਨੇਬਲ ਕਰਨਾ ਪੈਂਦਾ। ਉਹਨੂੰ ਕਿਸ ਤਰ੍ਹਾਂ ਅਨੇਬਲ ਕਰਨਾ ਉਹ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ। ਸੋ ਹੁਣ ਮੈਂ ਗੱਲ ਕਰਦਾ ਵੀ ਇਹਨੂੰ ਆਪਾਂ ਇਹਨੂੰ ਕੈਲਕੂਲੇਟਰ ਨੂੰ ਆਪਾਂ ਚਲਾਉਣਾ ਕਿਸ ਤਰ੍ਹਾਂ, ਕਿਸ ਤਰ੍ਹਾਂ ਡਿਟੇਲਸ ਭਰਨੀਆਂ ਨੇ। ਸੋ ਸਭ ਤੋਂ ਪਹਿਲਾਂ ਆਪਾਂ ਇਹਦੇ ਬਾਰੇ ਸਮਝਣਾ ਵੀ ਆਪਣੇ ਇਹਦੇ ਵਿੱਚ ਥੱਲੇ ਸ਼ੀਟਸ ਬਣੀਆਂ ਹੋਈਆਂ ਨੇ। ਅਗਰ ਤੁਸੀਂ ਦੇਖੋ, ਸਭ ਤੋਂ ਪਹਿਲੀ ਸ਼ੀਟ ਹੈ ਇੰਸਟਰਕਸ਼ਨਸ ਦੀ। ਸਿੰਪਲ ਇੰਸਟਰਕਸ਼ਨਸ ਨੇ, ਵੈਬਸਾਈਟ ਦਾ ਨਾਮ ਦਿੱਤਾ ਹੋਇਆ, ਫੇਸਬੁੱਕ ਪੇਜ ਦਾ ਨਾਮ ਦਿੱਤਾ, YouTube ਚੈਨਲ ਦਾ ਨਾਮ ਤਾਂ, ਕੰਟੈਕਟ ਡਿਟੇਲਸ ਦਿੱਤੀਆਂ ਹੋਈਆਂ ਨੇ। ਇਹਦੇ ਵਿੱਚ ਕੋਈ ਜ਼ਿਆਦਾ ਟੈਕਨੀਕਲ ਨਹੀਂ ਆ। ਉਸ ਤੋਂ ਅੱਗੇ ਅਗਰ ਤੁਸੀਂ ਦੇਖੋ, ਕੁਛ ਸ਼ੀਟਸ ਨੇ ਗ੍ਰੀਨ ਕਲਰ ਦੀਆਂ, ਫਿਰ ਕੁਛ ਸ਼ੀਟਸ ਨੇ ਰੈੱਡ ਕਲਰ ਦੀਆਂ, ਫਿਰ ਇੱਕ ਬਲੂ ਕਲਰ ਦੀ, ਸੌਰੀ। ਸੋ ਜੋ ਇਹ ਗ੍ਰੀਨ ਕਲਰ ਦੀਆਂ ਸ਼ੀਟਸ ਨੇ, ਜਿਸ ਤਰ੍ਹਾਂ ਪਹਿਲੀ ਨੋਸ਼ਨਲ ਹੈ, ਫਿਰ ਮੇਨ ਸ਼ੀਟ, ਵਰਕ ਡੇਜ਼, ਪੇ ਫਿਕਸੇਸ਼ਨ ਅਤੇ ਏਰੀਅਰ ਬਿੱਲ। ਇਹ ਸਾਰੀਆਂ ਇੰਡੀਵਿਜੂਅਲ ਇੰਪਲੋਈ ਦੇ ਲਈ ਹੈ। ਜਿਸ ਤਰ੍ਹਾਂ ਕੋਈ ਵੀ ਕਰਮਚਾਰੀ ਆਪਣਾ ਦੇਖਣਾ ਚਾਹੁੰਦਾ ਜਾਂ ਤੁਸੀਂ ਕਿਸੇ ਵੀ ਹੋਰ ਕਰਮਚਾਰੀ, ਇੱਕ ਸਿੰਗਲ ਕਰਮਚਾਰੀ ਦੀ ਡਿਟੇਲ ਦੇਖਣੀ ਚਾਹੁੰਦੇ ਹੋ ਤਾਂ ਤੁਸੀਂ ਇਹ ਵਾਲੀਆਂ ਸ਼ੀਟਸ ਯੂਜ਼ ਕਰ ਸਕਦੇ ਹੋ। ਇਹਦੇ ਵਿੱਚ ਫਰਦਰ ਫਿਰ ਮੈਂ ਦੁਬਾਰਾ ਦੱਸੂਗਾ ਵੀ ਇਹ ਨੋਸ਼ਨਲ ਦਾ ਕੀ ਮਤਲਬ ਹੈ, ਮੇਨ ਦਾ ਕੀ ਮਤਲਬ ਹੈ। ਇਸੇ ਤਰ੍ਹਾਂ ਅਗਰ ਆਪਾਂ ਇੱਕ ਤੋਂ ਵੱਧ ਇੰਪਲੋਈਜ਼ ਦਾ ਡਾਟਾ ਰੱਖਣਾ ਚਾਹੁੰਦੇ ਹਾਂ, ਜਿਸ ਤਰ੍ਹਾਂ DDO ਲੈਵਲ 'ਤੇ ਕਿਤੇ 50 ਇੰਪਲੋਈਜ਼ ਨੇ, ਕਿਤੇ 200 ਆ, 400 ਆ, ਇਸ ਤੋਂ ਵੀ ਜ਼ਿਆਦਾ ਦੀ ਮੈਨੂੰ ਕਾਲਸ ਆਈਆਂ ਨੇ, 2000 3000 ਤੱਕ ਦੇ ਇੰਪਲੋਈਜ਼ ਬਾਰੇ ਵੀ ਦੱਸਿਆ। ਸੋ ਉਹਦੇ ਲਈ ਆਪਾਂ ਇਹ ਸ਼ੀਟ ਯੂਜ਼ ਕਰਾਂਗੇ। ਇਸ ਸ਼ੀਟ ਦੇ ਵਿੱਚ ਅਗਰ ਤੁਸੀਂ ਦੇਖੋ, ਸਭ ਤੋਂ ਪਹਿਲਾਂ ਸੀਰੀਅਲ ਨੰਬਰ ਹੈ। ਇਸ ਤਰ੍ਹਾਂ ਆਪਾਂ ਇੱਕ ਸ਼ੀਟ ਦੇ ਵਿੱਚ ਆਪਾਂ 200 ਇੰਪਲੋਈ ਦਾ ਡਾਟਾ ਰੱਖ ਸਕਦੇ ਹਾਂ। ਸੋ ਇਹ ਜਿਹੜੇ ਰੈੱਡ ਕਲਰ ਦੀਆਂ ਸ਼ੀਟਸ ਨੇ ਇਹ ਇੱਕ ਤੋਂ ਜ਼ਿਆਦਾ ਇੰਪਲੋਈ ਦਾ ਡਾਟਾ ਰੱਖਣ ਲਈ ਹੈ। ਔਰ ਲਾਸਟ ਵਿੱਚ ਬੈਕਅਪ ਦਾ ਬਟਨ ਬਣਾਇਆ, ਇੱਥੋਂ ਆਪਾਂ ਆਪਣੀ ਬੈਕਅਪ ਫਾਈਲ ਕ੍ਰੀਏਟ ਕਰ ਸਕਦੇ ਹਾਂ ਤਾਂ ਕਿ ਅਗਰ ਕਿਸੇ ਨੇ ਇਹਦੇ ਵਿੱਚ ਆਪਣਾ ਡਾਟਾ 200 ਇੰਪਲੋਈ ਦਾ ਡਾਟਾ ਐਂਟਰ ਕੀਤਾ ਔਰ ਫਾਈਲ ਦਾ ਅਸੀਂ ਨਵਾਂ ਵਰਜ਼ਨ ਅਪਡੇਟ ਕਰਦੇ ਹਾਂ ਜਾਂ ਸ਼ੇਅਰ ਕਰਦੇ ਹਾਂ ਤਾਂ ਫਿਰ ਸਾਰਾ ਦੁਬਾਰਾ ਤੋਂ ਇਹਦੇ ਵਿੱਚ ਡਿਟੇਲ ਨਾ ਭਰਨੀ ਪਵੇ। ਇੱਥੋਂ ਆਪਾਂ ਬੈਕਅਪ ਫਾਈਲ ਬਣਾ ਕੇ ਨਵੇਂ ਵਰਜ਼ਨ ਦੇ ਵਿੱਚ ਸਾਰਾ ਡਾਟਾ ਰੀਸਟੋਰ ਕਰ ਸਕਦੇ ਹਾਂ। ਸੋ ਇਹ ਟਾਈਮ ਸੇਵ ਕਰ ਲਈ ਅਤੇ ਤੁਹਾਡੀ ਸਾਰਿਆਂ ਦੀ ਹੈਲਪ ਲਈ ਇਹ ਬੈਕਅਪ ਅਤੇ ਰੀਸਟੋਰ ਦਾ ਦਿੱਤਾ ਗਿਆ। ਸੋ ਹੁਣ ਮੈਂ ਗੱਲ ਕਰੂੰਗਾ ਆਪਣੇ ਜੋ ਇੰਡੀਵਿਜੂਅਲ ਇੰਪਲੋਈਜ਼ ਦੇ ਰਿਗਾਰਡਿੰਗ ਨੇ ਕੰਮ। ਇਹ ਇੰਡੀਵਿਜੂਅਲ ਅਤੇ ਇਕੱਠੇ ਇੰਪਲੋਈਜ਼ ਦਾ ਸਟਾਫ ਜੋ ਹੈ ਉਹਨਾਂ ਲਈ ਇੱਕੋ ਹੀ ਰੂਲ, ਇਹਦੇ ਵਿੱਚ ਇੱਕੋ ਹੀ ਫਾਰਮੂਲੇ ਲਾਏ ਹੋਏ ਨੇ। ਸੋ ਅਗਰ ਆਪਾਂ ਨੋਸ਼ਨਲ ਦੀ ਗੱਲ ਕਰਦੇ ਹਾਂ, ਸੋ ਇਹਦੇ ਵਿੱਚ ਸ਼ੀਟਸ ਬਣੀਆਂ। ਪਹਿਲੀ ਸ਼ੀਟ ਹੈ ਨੋਸ਼ਨਲ, ਮੇਨ, ਵਰਕ ਡੇਜ਼, ਪੇ ਫਿਕਸੇਸ਼ਨ ਅਤੇ ਏਰੀਅਰ ਬਿੱਲ। ਸੋ ਨੋਸ਼ਨਲ ਦਾ ਭਾਵ ਇੱਥੇ ਇਹ ਆ, ਜਿਵੇਂ ਆਪਣੇ ਪੇ ਰਿਵੀਜ਼ਨ ਰੂਲਸ ਦੇ ਵਿੱਚ ਦਿੱਤਾ ਗਿਆ ਵੀ ਆਪਾਂ 2011 ਦੇ ਜੋ ਰਿਵੀਜ਼ਨ ਹੋਏ ਸੀ ਉਸ ਨੂੰ ਛੱਡ ਕੇ ਆਪਾਂ ਨੋਸ਼ਨਲ ਫਿਕਸੇਸ਼ਨ ਕਰਦੇ ਹੋਣਾ ਤਾਂ ਉਹਦੇ ਅਕੋਰਡਿੰਗ ਆਪਾਂ ਨੂੰ ਜੋ ਪੇ ਦਾ ਫਾਰਮੂਲਾ ਉਹ ਲਾਗੂ ਹੁੰਦਾ। ਸੋ ਜਦੋਂ ਵੀ ਮੈਂ ਨੋਸ਼ਨਲ ਵਰਡ ਯੂਜ਼ ਕਰੂੰਗਾ ਉਹਦਾ ਮਤਲਬ ਹੈ ਵੀ ਆਪਾਂ 2011 ਤੋਂ ਆਪਣੀ ਪੇ ਫਿਕਸੇਸ਼ਨ ਕਰਦੇ ਆਉਣਾ। 2011 ਦੇ ਵਿੱਚ ਜੋ ਪੇ ਰਿਵੀਜ਼ਨ ਹੋਈ ਸੀ ਉਸ ਨੂੰ ਛੱਡ ਕੇ
ਉਹਨੂੰ ਇਗਨੋਰ ਕਰਕੇ। ਸੋ ਨੋਸ਼ਨਲ ਦਾ ਭਾਵ ਇਹ ਹੋਊਗਾ, ਮੇਰੇ ਖਿਆਲ ਸਾਰੇ ਜਾਣਦੇ ਨੇ। ਸੋ ਆਪਾਂ ਗੱਲ ਕਰਦੇ ਹਾਂ ਵੀ ਨੋਸ਼ਨਲ ਤੋਂ ਸਟਾਰਟ ਕਰਦੇ ਹਾਂ ਵੀ ਅਗਰ ਕਿਸੇ ਕਰਮਚਾਰੀ ਦੀ ਨੋਸ਼ਨਲ ਪੇ ਫਿਕਸ ਆਪਾਂ ਇਹਦੇ ਵਿੱਚ ਕਰਨੀ ਆ, ਸੋ ਆਪਾਂ ਕਿਸ ਤਰ੍ਹਾਂ ਕਰ ਸਕਦੇ ਹਾਂ। ਪਹਿਲਾਂ ਇਹਦੇ ਵਿੱਚ ਬਾਕਸ ਬਣਿਆ ਨੇਮ ਦਾ, ਸਿੰਪਲ ਹੈ, ਡੈਜ਼ਿਗਨੇਸ਼ਨ ਆਪਾਂ ਭਰ ਸਕਦੇ ਹਾਂ। ਡੇਟ ਟੂ ਸਟਾਰਟ ਕੈਲਕੂਲੇਸ਼ਨ, ਅਗਰ ਤਾਂ ਇਹ ਜੋ ਕੈਲਕੂਲੇਟਰ ਹੈ ਸ਼ੀਟ ਹੈ ਇਹਦੇ ਵਿੱਚ 1/1/2011 ਤੋਂ ਕੈਲਕੂਲੇਸ਼ਨ ਕਰਨ ਦਾ ਫਾਰਮੂਲਾ ਲਗਾਇਆ। ਅਗਰ ਕਿਸੇ EMPLOYE ਦੀ ਜੁਆਇਨਿੰਗ ਹੀ ਲੇਟ ਹੈ, ਸਪੋਜ਼ ਉਹਦੀ ਜੁਆਇਨਿੰਗ 2013 ਵਿੱਚ ਹੋਈ ਹੈ ਜਾਂ ਇਸ ਤੋਂ ਬਾਅਦ ਹੋਈ ਹੈ, ਤਾਂ ਆਪਾਂ ਫਿਰ ਜੁਆਇਨਿੰਗ ਡੇਟ ਇੱਥੇ ਪਾਵਾਂਗੇ। ਸਪੋਜ਼ ਕਿਸੇ ਦੀ ਜੁਆਇਨਿੰਗ 12/4। ਸੋ ਅਗਰ ਕਿਸੇ EMPLOYE ਦੀ ਡੇਟ ਆਫ ਜੁਆਇਨਿੰਗ ਜਿਸ ਤਰ੍ਹਾਂ 1/1/11 ਤੋਂ ਬਾਅਦ ਹੈ ਤਾਂ ਆਪਾਂ ਡੇਟ ਮੈਂਸ਼ਨ ਕਰਨੀ ਆ। ਅਗਰ ਕਿਸੇ EMPLOYE ਅਗਰ ਉਸ ਤੋਂ ਪੁਰਾਣੇ EMPLOYE ਨੇ ਜਾਂ 1/11 ਤੋਂ ਪਹਿਲਾਂ ਨੇ ਤਾਂ ਆਪਾਂ ਨੂੰ ਡੇਟ ਮੈਂਸ਼ਨ ਕਰਨ ਦੀ ਲੋੜ ਨਹੀਂ, ਕਿਉਂਕਿ ਬਾਈ ਡਿਫਾਲਟ ਇਹਦੇ 1/1/2011 ਤੋਂ ਕੈਲਕੂਲੇਸ਼ਨ ਸਟਾਰਟ ਕਰਨੀਆਂ ਨੇ। ਸੋ ਸਭ ਤੋਂ ਪਹਿਲਾਂ ਆਪਾਂ ਇੱਥੇ ਭਰਾਂਗੇ 1/1/11 ਨੂੰ ਕਿਸੇ EMPLOYE ਦਾ ਕੀ ਪੇ ਸਕੇਲ ਚੱਲਦਾ ਸੀ, ਜਿਹਦੇ ਬਾਰੇ ਆਪਾਂ ਕੈਲਕੂਲੇਸ਼ਨ ਕਰਨੀ ਚਾਹੁੰਦੇ ਹਾਂ। ਸਪੋਜ਼ ਮੈਂ ਐਗਜ਼ਾਮਪਲ ਲੈਣਾ ਵੀ ਕਿਸੇ ਕਰਮਚਾਰੀ ਦਾ ਸਕੇਲ 3600 ਵਾਲਾ ਚੱਲਦਾ ਸੀ, ਉਹਨਾਂ ਦੀ ਬੇਸਿਕ 19,250 ਸੀ, ਮੰਥ ਆਫ ਇਨਕਰੀਮੈਂਟ 4th ਸੀ। ਇਨੀਸ਼ੀਅਲੀ ਉਹ ਫਿਕਸ ਪੇ 'ਤੇ ਨਹੀਂ ਸੀ। ਅਗਰ ਕਿਸੇ ਵੀ ਵਜ੍ਹਾ ਕਰਕੇ ਕੋਈ ਕਰਮਚਾਰੀ ਪਹਿਲਾਂ ਸ਼ੁਰੂ 'ਚ ਫਿਕਸ ਪੇ 'ਤੇ ਆ ਤਾਂ ਆਪਾਂ ਇੱਥੋਂ ਯੈਸ ਕਰਨਾ ਹੁੰਦਾ ਜੀ, ਇੱਥੋਂ ਆਪਾਂ ਯੈਸ ਨੂੰ ਕਰ ਸਕਦੇ ਹਾਂ। ਸੋ ਮੈਂ ਇਹ ਕਹਿ ਰਿਹਾ ਵੀ ਇਹ ਕਰਮਚਾਰੀ ਇਨੀਸ਼ੀਅਲੀ ਫਿਕਸ ਪੇ 'ਤੇ ਨਹੀਂ ਸੀ, ਰੈਗੂਲਰ EMPLOYE ਸੀ। ਸੋ ਪਹਿਲਾਂ ਮੈਂ ਬੇਸਿਕ ਡਿਟੇਲ ਭਰਤੀ। ਹੁਣ ਅਗਰ ਉਸ EMPLOYE ਨੂੰ 1/1/11 ਤੋਂ 31/12/15 ਤੱਕ, ਜਦੋਂ ਤੱਕ ਆਪਾਂ ਨੋਸ਼ਨਲ ਕੈਲਕੂਲੇਸ਼ਨ ਕਰਨੀ ਹੈ ਉਦੋਂ ਤੱਕ ਦਾ ਅਗਰ ਕਿਸੇ ਨੂੰ ਕੋਈ ACP ਜਾਂ ਪ੍ਰਮੋਸ਼ਨ ਜਾਂ ਹੋਰ ਕਿਸੇ ਤਰ੍ਹਾਂ ਦਾ ਕੋਈ ਬੈਨੀਫਿਟ ਮਿਲਿਆ ਤਾਂ ਉਹਦੀ ਐਂਟਰੀ ਆਪਾਂ ਇਸ ਟੇਬਲ ਦੇ ਵਿੱਚ ਕਰਨੀ ਹੈ। ਸੋ ਇੱਥੇ ਧਿਆਨ ਰੱਖਣਾ, ਨੋਸ਼ਨਲ ਦੇ ਵਿੱਚ ਆਪਾਂ ਸਿਰਫ 1/1/11 ਤੋਂ 31/12/15 ਦੇ ਵਿਚਲੀ ਡਿਟੇਲ ਐਂਟਰ ਕਰਨੀ, ਨਾ ਉਸ ਤੋਂ ਪਹਿਲਾਂ ਦੀ ਲੋੜ ਹੈ। 31/12/15 ਤੋਂ ਬਾਅਦ ਦੀ ਵੀ ਆਪਾਂ ਨੂੰ ਐਂਟਰ ਇੱਥੇ ਡਿਟੇਲ ਜ਼ਰੂਰਤ ਨਹੀਂ ਹੈ, ਕਿਉਂਕਿ ਉਸ ਤੋਂ ਬਾਅਦ ਤਾਂ ਨਵੇਂ ਸਕੇਲ ਲਾਗੂ ਹੋ ਗਏ। ਨਵੇਂ ਸਕੇਲਸ ਦੀ ਸਾਰੀ ਕੈਲਕੂਲੇਸ਼ਨ ਮੇਨ ਸ਼ੀਟ ਦੇ ਵਿੱਚ ਕੀਤੀ ਗਈ ਹੈ। ਸੋ ਮੈਂ ਵਾਪਸ ਆਉਣਾ ਨੋਸ਼ਨਲ ਪੇ ਫਿਕਸੇਸ਼ਨ ਵਾਲੀ ਦੇ। ਆਪਾਂ ਜਿਸ ਕਰਮਚਾਰੀ ਬਾਰੇ ਇੱਥੇ ਡਿਟੇਲ ਐਂਟਰ ਕਰ ਰਹੇ ਹਾਂ ਐਗਜ਼ਾਮਪਲ ਦੇ ਤੌਰ 'ਤੇ, ਸਪੋਜ਼ ਉਹਨਾਂ ਨੂੰ 4 ਸਾਲਾ ACP ਦਾ ਬੈਨੀਫਿਟ ਮਿਲਦਾ। ਆਪਾਂ ਇੱਥੇ ਡੇਟ ਭਰ ਦਿਆਂਗੇ ਜਦੋਂ ਉਹਨਾਂ ਨੂੰ ACP ਮਿਲਿਆ। ਸਪੋਜ਼ ਮੈਂ ਕਰਦਾ 15/4/2013 ਪੇ ਸਕੇਲ ਉਹਨਾਂ ਨੂੰ ਮਿਲਿਆ ਹੈ ਹੁਣ ਇਹਦੇ ਵਿੱਚ ਅਗਰ ਤੁਸੀਂ ਦੇਖੋ, ਜਿਸ ਤਰ੍ਹਾਂ ਮੈਂ ਪਹਿਲੀ ਇਹਦੀ ਲਾਈਨ ਦੇ ਵਿੱਚ ਜੋ ਪਹਿਲਾ ਕਾਲਮ ਹੈ ਉਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਆਪਸ਼ਨ ਦਿੱਤੇ ਗਏ ਨੇ। ਅਗਰ ਆਪਾਂ ACP 4 ਸਾਲਾ ਜਿਹਨੂੰ ਕਹਿੰਦੇ ਆ ਉਹਦੀ ਐਂਟਰੀ ਕਰਨੀ ਹੈ, 9 ਸਾਲਾ ਕਰਨੀ ਹੈ, 14 ਸਾਲਾ ਪ੍ਰਮੋਸ਼ਨ ਦੀ ਕਰਨੀ ਹੈ, ਜਾਂ ਕੋਈ ਪਲੇਸਮੈਂਟ ਮਿਲੀ ਹੈ, ਜਾਂ ਫੁੱਲ ਸਕੇਲ ਮਿਲਿਆ, ਜਾਂ ਕੋਈ ਅਲੱਗ ਤਰ੍ਹਾਂ ਦਾ ਕੋਈ ਮਤਲਬ ਆਊਟ ਆਫ ਦਾ ਵੇ ਜਾਂ ਜੋ ਸ਼ਡਿਊਲਡ ਰਹੀ ਸੀ, ਅਗਰ ਉਹ ਇਨਕਰੀਮੈਂਟ ਮਿਲਿਆ ਤਾਂ ਉਹਦੀ ਆਪਾਂ ਇੱਥੇ ਡਿਟੇਲ ਐਂਟਰ ਕਰਨੀ ਹੈ। ਸੋ ਇੱਥੋਂ ਅਗਰ ਤੁਸੀਂ ਦੇਖੋ ਫੁੱਲ ਸਕੇਲ ਦੀ ਐਂਟਰੀ ਆਪਾਂ ਉਦੋਂ ਕਰਦੇ ਹਾਂ ਅਗਰ ਕੋਈ ਕਰਮਚਾਰੀ ਪਹਿਲਾਂ ਇਨੀਸ਼ੀਅਲੀ ਉਹ ਫਿਕਸ ਪੇ 'ਤੇ ਸੀ। ਸੋ ਸ਼ੁਰੂ ਤੋਂ ਇਹਦੀ ਕੈਲਕੂਲੇਸ਼ਨ ਫਿਕਸ ਪੇ ਦੇ ਅਕੋਰਡਿੰਗ ਹੋ, ਜਿਸ ਡੇਟ ਨੂੰ ਆਪਾਂ ਫੁੱਲ ਸਕੇਲ ਦੀ ਐਂਟਰੀ ਕਰਦੇ ਹਾਂ ਉਸ ਤੋਂ ਬਾਅਦ ਇਹਨਾਂ ਦੀ ਕੈਲਕੂਲੇਸ਼ਨ ਫੁੱਲ ਸਕੇਲ ਦੇ ਅਕੋਰਡਿੰਗ ਹੋਊਗੀ। ਸੋ ਕਿਉਂਕਿ ਆਪਾਂ ਐਗਜ਼ਾਮਪਲ ਲੈ ਰਹੇ ਹਾਂ ਜੋ ਰੈਗੂਲਰ EMPLOYE ਹੈ, ਸੋ ਇੱਥੇ ਇਸ ਕਰਕੇ ਆਪਾਂ ਸਿਲੈਕਟ ਕਰਦੇ ਹਾਂ ACP। ਸੋ ਇਹ ਆਪਾਂ ਇਹਨਾਂ ਦੀ ACP ਦੀ ਡਿਟੇਲ ਇੱਥੇ ਐਂਟਰ ਕਰਤੀ। ਸੋ ਉਸ ਤੋਂ ਬਾਅਦ ਆਪਾਂ ਇਹ ਪ੍ਰਮੋਸ਼ਨ ਵਾਲਾ ਅਗਰ ਤਾਂ ਹੈ, ਅਗਰ ਆਪਾਂ ਇੱਥੋਂ ਕਿਸੇ ਦੀ ਪ੍ਰਮੋਸ਼ਨ ਸਿਲੈਕਟ ਕਰਦੇ ਹਾਂ ਅਤੇ ਅਗਰ ਉਹ ਕਰਮਚਾਰੀ ਆਪਣਾ ਇਨਕਰੀਮੈਂਟ ਦਾ ਆਪਸ਼ਨ ਦਿੰਦਾ ਵੀ ਮੈਂ ਨੈਕਸਟ ਇਨਕਰੀਮੈਂਟ ਦੇ ਨਾਲ ਹੀ ਆਪਣਾ ਪ੍ਰਮੋਸ਼ਨ ਵਾਲਾ ਇਨਕਰੀਮੈਂਟ ਲੈਣਾ, ਤਾਂ ਆਪਾਂ ਇੱਥੋਂ ਯੈਸ ਸਿਲੈਕਟ ਕਰਨਾ, ਅਦਰਵਾਈਜ਼ ਨੋ ਰਹੂਗਾ ਜੀ। ਸੋ ਆਪਾਂ ਐਗਜ਼ਾਮਪਲ ਲੈ ਰਹੇ ਹਾਂ ACP ਦਾ। ਸੋ ਇੱਥੇ ਮੈਂ ਭਰਤਾ ਜੀ। ਹੁਣ ਅਗਰ ਉਸ ਤੋਂ ਬਾਅਦ ਤੁਸੀਂ ਦੇਖੋ ਅਗਰ ਕੋਈ ਕਰਮਚਾਰੀ ਇਸ ਸਮੇਂ ਦੌਰਾਨ ਐਕਸਟੈਂਸ਼ਨ 'ਤੇ ਹੈ ਤਾਂ ਆਪਾਂ ਇੱਥੋਂ ਯੈਸ ਕਰਨਾ। ਇੱਧਰ ਅਗਰ ਤੁਸੀਂ ਦੇਖੋ ਇਸ ਬਾਕਸ ਦੇ ਵਿੱਚ ਹੈ ਕਿਸੇ ਸਪੈਸ਼ਲ ਕੇਸ ਦੇ ਵਿੱਚ ਅਗਰ ਕਿਸੇ ਦਾ ਕੋਈ ਇਨਕਰੀਮੈਂਟ ਸਟਾਪ ਕਰਨਾ। ਫੋਰ ਐਗਜ਼ਾਮਪਲ ਅਗਰ ਕੋਈ EMPLOYE ਮੈਟਰਨਿਟੀ ਲੀਵ 'ਤੇ ਆ, ਆਪਾਂ ਉਹਨਾਂ ਦਾ ਇਨਕਰੀਮੈਂਟ ਲਗਾਉਣ ਦਾ ਟਾਈਮ ਆ ਗਿਆ ਤਾਂ ਆਪਾਂ ਇਨਕਰੀਮੈਂਟ ਨਹੀਂ ਲਾਉਂਦੇ ਹੁੰਦੇ, ਕਿਉਂਕਿ ਜਿੰਨੀ ਦੇਰ ਉਹ ਲੀਵ 'ਤੇ ਨੇ ਤਾਂ ਆਪਾਂ ਉਸ ਟਾਈਮ ਦਾ ਇੱਥੋਂ ਆਪਾਂ ਇਨਕਰੀਮੈਂਟ ਸਟਾਪ ਕਰ ਸਕਦੇ ਹਾਂ। ਅਗਰ ਆਪਾਂ ਇਨਕਰੀਮੈਂਟ ਇੱਕ ਸਟਾਪ ਕੀਤਾ ਤਾਂ ਜਦੋਂ ਉਹ ਕਰਮਚਾਰੀ ਜੁਆਇਨ ਕਰਦਾ ਉਸ ਤਰੀਕ ਨੂੰ ਉਹਨਾਂ ਦਾ ਇਨਕਰੀਮੈਂਟ ਲੱਗੂਗਾ, ਤਾਂ ਉਹਦੇ ਲਈ ਫਿਰ ਆਪਾਂ ਇੱਥੇ ਉਹਨਾਂ ਦੇ ਇਨਕਰੀਮੈਂਟ ਦੀ ਇੱਕ ਐਂਟਰੀ ਕਰਾਂਗੇ। ਸੋ ਇਹ ਇਨਕਰੀਮੈਂਟ ਦੀ ਐਂਟਰੀ ਤਾਂ ਕਰਦੇ ਅਗਰ ਆਪਾਂ ਇੱਥੇ ਸਟਾਪ ਕੀਤਾ। ਅਗਰ ਰੈਗੂਲਰ EMPLOYE ਦੀ ਆਪਾਂ ਜੋ ਰੈਗੂਲਰ ਕੈਲਕੂਲੇਸ਼ਨ ਕਰ ਰਹੇ ਹਾਂ ਉਹਦੇ ਵਿੱਚ ਆਪਾਂ ਨੂੰ ਇਹ ਇਨਕਰੀਮੈਂਟ ਦੀ ਐਂਟਰੀ ਕਰਨ ਦੀ ਲੋੜ ਨਹੀਂ, ਕਿਉਂਕਿ ਇਹ ਜੋ ਇਨਕਰੀਮੈਂਟ ਦੀਆਂ ਕੈਲਕੂਲੇਸ਼ਨਸ ਨੇ ਇਹ ਆਟੋਮੈਟਿਕਲੀ ਹੁੰਦੀਆਂ ਨੇ ਜੀ। ਸੋ ਇਹ ਡਿਟੇਲ ਭਰਨ ਤੋਂ ਬਾਅਦ ਸਭ ਤੋਂ ਜ਼ਰੂਰੀ ਹੈ ਇੱਥੇ ਕੈਲਕੂਲੇਟ ਜੋ ਨੋਸ਼ਨਲ ਲਿਖਿਆ ਇਹਦੇ ਉੱਪਰ ਕਲਿੱਕ ਕਰਨ ਲਈ। ਜਦੋਂ ਆਪਾਂ ਕੈਲਕੂਲੇਟ ਦੇ ਬਟਨ 'ਤੇ ਕਲਿੱਕ ਕਰਦੇ ਹਾਂ ਨੀਚੇ ਜੋ ਪ੍ਰੋਗਰੈਸ ਬਾਰ ਹੈ ਉਹ ਤੋਂ ਆਪਾਂ ਨੂੰ ਪ੍ਰੋਗਰੈਸ ਜੋ ਹੁੰਦੀ ਹੈ ਉਹ ਸ਼ੋਅ ਹੋਣ ਲੱਗ ਜਾਂਦੀ ਹੈ, ਮੈਸੇਜ ਵੀ ਲਿਖ ਕੇ ਆਉਂਦਾ ਕੈਲਕੂਲੇਟ ਪਲੀਜ਼ ਵੇਟ।
ਹੁਣ ਤੱਕ ਦੀਆਂ ਜੋ ਕਾਲਸ ਆਈਆਂ ਉਹਦੇ ਵਿੱਚ ਸਭ ਤੋਂ ਜ਼ਿਆਦਾ ਦਿੱਕਤ ਕੈਲਕੂਲੇਟ ਨੋਸ਼ਨਲ ਬਟਨ ਤੇ ਕਲਿੱਕ ਨਾ ਕਰਨ ਕਰਕੇ ਆ ਰਹੀ ਸੀ ਐਰਰ, ਕਿਉਂਕਿ ਅਗਰ ਕੈਲਕੂਲੇਟ ਨੋਸ਼ਨਲ ਤੇ ਕਲਿੱਕ ਨਹੀਂ ਹੋ ਰਿਹਾ ਇਟ ਮੀਨਸ ਤੁਹਾਡੇ ਮੈਕਰੋਜ਼ ਅਨੇਬਲ ਨਹੀਂ ਆ ਜਾਂ 2007 ਵਰਜ਼ਨ ਹੈ ਉਹਦੇ ਵਿੱਚ ਇਹ ਦਿੱਕਤ ਜ਼ਿਆਦਾ ਹੀ ਹੈ। ਅਗਰ ਤੁਹਾਡਾ ਕੈਲਕੂਲੇਟ ਨੋਸ਼ਨਲ ਬਟਨ ਤੇ ਕਲਿੱਕ ਨਹੀਂ ਹੋ ਰਿਹਾ ਇਟ ਮੀਨਸ ਤੁਹਾਡੇ ਫਾਰਮੂਲੇ ਸਹੀ ਕੰਮ ਨਹੀਂ ਕਰ ਰਹੇ। ਇਹ ਫਾਰਮੂਲੇ ਸਹੀ ਕੰਮ ਨਹੀਂ ਕਰਦੇ, ਉਸੇ ਕਰਕੇ ਜੋ ਥੱਲੇ ਆਪਣੀ ਡੇਟਸ ਆਉਂਦੀਆਂ ਟੇਬਲ ਦੇ ਵਿੱਚ ਕੈਲਕੂਲੇਸ਼ਨ ਦੀਆਂ ਉਹਦੀ ਪ੍ਰੋਬਲਮ ਆਉਂਦੀ ਹੈ। ਸੋ ਆਪਾਂ ਉੱਪਰ ਕੈਲਕੂਲੇਟ ਕਰਨ ਤੋਂ ਬਾਅਦ ਜੋ ਨੀਚੇ ਰਿਜ਼ਲਟ ਆਪਣਾ ਉਹ ਆ ਗਿਆ। ਅਗਰ ਤੁਸੀਂ ਦੇਖੋ ਜੋ ਐਂਟਰੀਜ਼ ਜਿਸ ਤਰ੍ਹਾਂ ਅਸੀਂ ਐਨੂਅਲ ਇਨਕਰੀਮੈਂਟ ਆਪਣੇ ਆਪ ਇਹਨਾਂ ਨੇ ਕੈਲਕੂਲੇਟ ਕੀਤੀਆਂ ਨੇ, ਜਿਸ ਡੇਟ ਦੀ ਆਪਾਂ ਉੱਪਰ ACP ਦੀ ਐਂਟਰੀ ਕੀਤੀ ਸੀ ਉਹ ਇੱਥੇ ਆ ਜਾਂਦੀ ਹੈ। ਇਸੇ ਤਰ੍ਹਾਂ ਜੋ ਨੈਕਸਟ ਐਨੂਅਲ ਇਨਕਰੀਮੈਂਟ ਨੇ ਉਹ ਵੀ ਇੱਥੇ ਆਉਂਦੇ। ਲਾਸਟ ਦੇ ਵਿੱਚ ਆਪਾਂ ਨੂੰ ਜੋ 31/12/15 ਨੂੰ ਜੋ ਉਹਨਾਂ ਦੀ ਬੇਸਿਕ ਚੱਲਦੀ ਹੈ ਨੋਸ਼ਨਲ ਬੇਸ ਤੇ ਜੋ ਬੇਸਿਕ ਬਣਦੀ ਹੈ ਉਹ ਆਪਣੇ ਸਾਹਮਣੇ ਆ ਜਾਂਦੀ ਹੈ। ਸੋ ਇਸ ਟੇਬਲ ਤੋਂ ਵੈਲਿਊਜ਼ ਲੈ ਕੇ ਆਪਾਂ ਮੇਨ ਟੇਬਲ ਦੀ ਕੈਲਕੂਲੇਸ਼ਨ ਸਟਾਰਟ ਕਰ ਸਕਦੇ ਹਾਂ। ਸੋ ਇਹ ਤਾਂ ਇੱਥੋਂ ਤੱਕ ਤਾਂ ਅਸੀਂ 31/12/15 ਤੱਕ ਨੋਸ਼ਨਲ ਪੇ ਕੈਲਕੂਲੇਟ ਕਰਨ ਲਈ ਫਾਰਮੂਲਾ। ਸੋ ਇਸ ਤੋਂ ਬਾਅਦ ਦੀ ਜੋ ਅਗਲੀ ਡਿਟੇਲ ਹੈ 31/12/15 ਤੋਂ ਅਗਲੀ ਜਿਹਨੂੰ ਆਪਾਂ ਕਹਿੰਦੇ ਹਾਂ 1/1/16 ਤੋਂ ਨਵੇਂ ਪੇ ਸਕੇਲ ਲਾਗੂ ਹੋ ਰਹੇ ਨੇ, ਸੋ ਉਹ ਡਿਟੇਲ ਸਾਰੀ ਆਪਾਂ ਮੇਨ ਸ਼ੀਟ ਦੇ ਵਿੱਚ ਐਂਟਰ ਕਰਨੀ ਹੈ। ਸੋ ਹੁਣ ਤੱਕ ਦੇ ਜੋ ਯੂਜ਼ਰ ਦੀ ਜੋ ਮੈਸੇजेस ਆਏ ਜਾਂ ਕਾਲਸ ਆਈਆਂ ਉਹਦੇ ਵਿੱਚ ਦੋ ਹੀ ਸਭ ਤੋਂ ਵੱਡੀ ਪ੍ਰੋਬਲਮ ਆ ਰਹੀ ਸੀ। ਇੱਕ ਉਹ ਕੈਲਕੂਲੇਟ ਦੇ ਬਟਨ ਤੇ ਉਹਨਾਂ ਨੇ ਕਲਿੱਕ ਨਹੀਂ ਸੀ ਕੀਤਾ ਹੁੰਦਾ, ਉਹ ਰੀਜ਼ਨ ਸੀ ਆਫਿਸ 2007 ਜਿਹਦੇ ਕਰਕੇ ਇਹ ਥੱਲੜੀਆਂ ਡੇਟਸ ਉਲਟ ਪੁਲਟ ਸ਼ੋ ਹੁੰਦੀਆਂ ਸੀ ਕਿਉਂਕਿ ਉਹ ਕੈਲਕੂਲੇਟ ਹੁੰਦਾ ਨਹੀਂ ਸੀਗਾ। ਸੋ ਇਹਦੀ ਗੱਲ ਦਾ ਧਿਆਨ ਰੱਖਣਾ। ਦੂਸਰਾ, ਇਹ ਜੋ ਡੇਟ ਹੈ ਇਹ ਡੇਟ ਫਾਰਮੈਟ ਗਲਤ ਪਾਉਂਦੇ ਸੀ। ਆਪਾਂ ਪਹਿਲਾਂ ਦਿਨ, ਮਹੀਨਾ ਤੇ ਸਾਲ ਇਸੇ ਫਾਰਮੈਟ 'ਚ ਡੇਟ ਹੋਣੀ ਚਾਹੀਦੀ ਹੈ, ਔਰ ਨੀਚੇ ਅਗਰ ਤੁਸੀਂ ਦੇਖੋ ਆਪਣੇ ਕੰਪਿਊਟਰ ਦੀ ਡੇਟ ਵੀ ਇਸੇ ਫਾਰਮੈਟ 'ਚ ਹੋਣੀ ਚਾਹੀਦੀ ਹੈ। ਅਗਰ ਕੰਪਿਊਟਰ ਦੀ ਡੇਟ ਦਾ ਫਾਰਮੈਟ ਅਲੱਗ ਹੈ ਤਾਂ ਉਹਨੂੰ ਪਹਿਲਾਂ ਸਹੀ ਕਰ ਲਓ, ਉਹਨੂੰ ਪਹਿਲਾਂ ਦਿਨ, ਮਹੀਨਾ ਤੇ ਸਾਲ ਇਸੇ ਫਾਰਮੈਟ ਵਿੱਚ ਰੱਖੋ। ਉਸ ਤੋਂ ਬਾਅਦ ਜੋ ਕਾਲਸ ਆਈਆਂ ਉਹਦੇ ਵਿੱਚ ਗਲਤੀ ਕੀ ਹੋ ਰਹੀ ਸੀ ਵੀ ਇੱਥੇ ਜੋ ਡੇਟ ਪਾ ਰਹੇ ਸੀ ਉਹ 1/1/16 ਤੋਂ ਬਾਅਦ ਦੀ, ਜਿਸ ਤਰ੍ਹਾਂ ਕਿਸੇ ਨੇ ਪਾਤੀ 2018 ਦੀ, 2019 ਦੀ, ਫਿਰ ਮੈਸੇਜ ਆਉਂਦਾ ਸੀ ਵੀ ਉਹ ਡੇਟ ਅਸੈਪਟ ਨਹੀਂ ਕਰ ਰਿਹਾ। ਇਸ ਬਾਕਸ ਦੇ ਵਿੱਚ ਡੇਟ ਸਿਰਫ 1/1/11 ਤੋਂ 31/12/15 ਤੱਕ ਦੀ ਹੀ ਆਏਗੀ। ਉਸ ਤੋਂ ਬਾਅਦ ਦੀ ਜੋ ਵੀ ਇਨਕਰੀਮੈਂਟ ACP ਆ ਜਾਂ ਪ੍ਰਮੋਸ਼ਨ ਆ ਉਹ ਸਾਰਾ ਆਪਣਾ ਮੇਨ ਸ਼ੀਟ ਦੇ ਵਿੱਚ ਜਾਏਗਾ, ਕਿਉਂਕਿ ਜੋ ਪੇ ਸਕੇਲ ਰਿਵਾਈਜ਼ ਦੀਆਂ ਕੈਲਕੂਲੇਸ਼ਨ ਨੇ ਉਹ ਸਾਰੀਆਂ ਮੇਨ ਦੇ ਵਿੱਚ ਨੇ, ਇਹ ਸਿਰਫ ਨੋਸ਼ਨਲ ਪੇ ਕੈਲਕੂਲੇਟ ਕਰਨ ਲਈ ਹੈ। ਸੋ ਉਮੀਦ ਕਰਦਾ ਵੀ ਇਹ ਸਾਰੀ ਗੱਲ ਸਾਰੀ ਕਲੀਅਰ ਹੋ ਗਈ ਹੋਣੀ ਆ। ਸੋ ਹੁਣ ਆਪਾਂ ਗੱਲ ਕਰਦੇ ਹਾਂ ਮੇਨ ਸ਼ੀਟ ਦੀ। ਸੋ ਮੇਨ ਸ਼ੀਟ ਦੇ ਵਿੱਚ ਉੱਪਰ ਸਿੰਪਲ ਆਪਾਂ ਜੋ ਆਪਣੇ ਆਫਿਸ ਦਾ ਨਾਮ ਆ ਉਹ ਭਰ ਸਕਦੇ ਹਾਂ। ਫਿਰ ਹੈ ਜੋ ਇਹ ਵਾਂਟ ਟੂ ਅਵੇਲ ਬੈਨੀਫਿਟ ਵਿਦ ਰਿਵਾਈਜ਼ਡ ਪੇ ਸਕੇਲ ਆਫ 2011, ਇਹ ਸਭ ਤੋਂ ਇੰਪੋਰਟੈਂਟ ਆ ਵੀ ਆਪਾਂ ਕਿਹੜੇ ਫਾਰਮੂਲੇ ਦੇ ਨਾਲ ਆਪਣੀ ਕਨਵਰਜ਼ਨ ਚਾਹੁੰਦੇ ਆ। ਅਗਰ ਆਪਾਂ ਚਾਹੁੰਦੇ ਆ ਵੀ 2011 ਦਾ ਸਕੇਲ ਨੂੰ ਲੈ ਕੇ ਅਸੀਂ ਕਨਵਰਜ਼ਨ ਕਰਾਉਣੀ ਆ ਜਿਹਨੂੰ ਆਪਾਂ ਕਹਿੰਦੇ 2.25 ਦਾ ਫਾਰਮੂਲਾ, ਫਿਰ ਆਪਾਂ ਯੈਸ ਸਿਲੈਕਟ ਕਰਾਂਗੇ। ਅਗਰ ਅਸੀਂ ਚਾਹੁੰਦੇ ਵੀ ਅਸੀਂ 2011 ਦੇ ਜੋ ਪੇ ਰਿਵੀਜ਼ਨ ਹੋਇਆ ਸੀ ਉਸ ਨੂੰ ਛੱਡ ਕੇ ਨੋਸ਼ਨਲ ਬੇਸ ਤੇ ਜੋ ਸੈਲਰੀ ਸਾਡੀ ਬਣਦੀ ਹੈ ਉੱਤੇ ਅਸੀਂ ਕਰਵਾਉਣੀ ਹੈ, ਫਿਰ ਆਪਾਂ ਨੋ ਨੂੰ ਸਿਲੈਕਟ ਕਰਾਂਗੇ। ਇੱਥੇ ਦਿੱਤਾ ਹੋਇਆ ਯੈਸ ਮੀਨਸ 2.25, ਨੋ ਮੀਨਸ 2.59 ਦਾ ਫਾਰਮੂਲਾ। ਸੋ ਸਭ ਤੋਂ ਪਹਿਲਾਂ ਇਹ ਸੀ। ਨੈਕਸਟ ਇਹਦੇ ਨਾਲ ਹੀ ਆ ਅਗਰ ਕਿਸੇ EMPLOYE ਦੀ ਇਨਕਰੀਮੈਂਟ 1 ਜਨਵਰੀ 2016 ਨੂੰ ਬਣਦੀ ਹੈ ਤਾਂ ਉਹਦੇ ਕੋਲ ਆਪਸ਼ਨ ਆ ਵੀ ਉਹ ਆਪਣਾ ਜੋ ਇਹ ਇਨਕਰੀਮੈਂਟ ਹੈ 1/1/16 ਵਾਲਾ ਉਹ ਪੁਰਾਣੀ ਬੇਸਿਕ ਪੇ ਦੇ ਉੱਪਰ ਵੀ ਲੈ ਸਕਦਾ, ਨਵੀਂ ਰਿਵਾਈਜ਼ ਬੇਸਿਕ ਪੇ ਤੇ ਵੀ ਲੈ ਸਕਦਾ। ਸੋ ਇੱਥੇ ਯੈਸ ਨੋ ਦਾ ਆਪਸ਼ਨ ਦਿੱਤਾ ਵੀ ਜਿਸ ਵੀ ਬੇਸਿਕ ਤੇ ਉਹ ਆਪਣਾ EMPLOYE ਅਗਰ ਪੁਰਾਣੀ ਬੇਸਿਕ ਤੇ ਲੈਣਾ ਚਾਹੁੰਦਾ ਤਾਂ ਆਪਾਂ ਇੱਥੋਂ ਯੈਸ ਸਿਲੈਕਟ ਕਰਾਂਗੇ, ਅਦਰਵਾਈਜ਼ ਜੋ ਉਹਨਾਂ ਦਾ ਰਿਵਾਈਜ਼ ਪੇ ਦੇ ਉੱਪਰ ਉਹਨਾਂ ਦਾ ਇਨਕਰੀਮੈਂਟ ਕੈਲਕੂਲੇਟ ਹੋਊਗਾ ਜੀ। ਸੋ ਨੇਮ ਡੈਜ਼ਿਗਨੇਸ਼ਨ ਸਿੰਪਲ, ਡੇਟ ਆਫ ਆਪਸ਼ਨ ਅਗਰ ਆਪਾਂ ਇਹਨੂੰ ਖਾਲੀ ਛੱਡਦੇ ਹਾਂ ਤਾਂ ਇਹ ਬਾਈ ਡਿਫਾਲਟ 1/1/16 ਤੋਂ ਕੈਲਕੂਲੇਸ਼ਨ ਸਟਾਰਟ ਹੁੰਦੀ ਆ। ਇੱਥੇ ਫਿਰ ਇਹ 1/1/16 ਤਾਂ ਦਿੱਤਾ ਜੀ ਇਹਨੂੰ ਜੇਕਰ ਆਪਾਂ ਕਿਸੇ ਕਰਮਚਾਰੀ ਦੀ ਜੁਆਇਨਿੰਗ ਹੈ ਹੀ 1/1/16 ਤੋਂ ਬਾਅਦ ਦੀ ਆ ਫਿਰ ਆਪਾਂ ਡੇਟ ਇੱਥੇ ਭਰਦੇ ਆ, ਅਦਰਵਾਈਜ਼ ਆਪਾਂ ਨੂੰ ਡੇਟ ਇੱਥੇ ਭਰਨ ਦੀ ਜ਼ਰੂਰਤ ਨਹੀਂ ਹੈ। ਫਿਰ ਮੈਂ ਰਿਪੀਟ ਕਰਦਾ, ਅਗਰ ਕਿਸੇ ਕਰਮਚਾਰੀ ਦੀ ਡੇਟ ਆਫ ਜੁਆਇਨਿੰਗ 1/1/16 ਤੋਂ ਬਾਅਦ ਦੀ ਹੈ, ਜਿਸ ਤਰ੍ਹਾਂ ਕਿਸੇ ਦੀ 2017 ਦੀ ਹੋਵੇ, 2018 ਦੀ ਹੈ, ਤਾਂ ਆਪਾਂ ਨੂੰ ਇੱਥੇ ਭਰਨ ਦੀ ਜ਼ਰੂਰਤ ਹੈ, ਅਦਰਵਾਈਜ਼ ਇਹਨੂੰ ਆਪਾਂ ਬਲੈਂਕ ਛੱਡਾਂਗੇ। 31/12/15 ਨੂੰ ਆਪਣੀ ਜੋ ਨੋਸ਼ਨਲ ਪੇ ਸਕੇਲ ਐਂਡ ਗ੍ਰੇਡ ਪੇ ਆਪਾਂ ਇਸ ਜੋ 11 ਨੰਬਰ ਰੋ ਹੈ ਇਹਦੇ ਵਿੱਚ ਭਰਨਾ। ਇੱਥੇ ਇਹ ਧਿਆਨ ਦੇਣ ਵਾਲੀ ਗੱਲ ਹੈ, ਇਹ ਜੋ ਆਪਣੇ ਹੈਡਿੰਗਸ ਨੇ ਇਸ ਕਾਲਮ ਦੀਆਂ ਜੋ ਲਿਖਿਆ 31/12/15 ਨੋਸ਼ਨਲ ਪੇ ਬੈਂਡ ਐਂਡ ਗ੍ਰੇਡ ਪੇ, ਇਹ ਚੇਂਜ ਹੁੰਦੀਆਂ ਨੇ ਅਗਰ ਆਪਾਂ ਉੱਪਰੋਂ ਯੈਸ ਜਾਂ ਨੋ ਚੇਂਜ ਕਰਦੇ ਹਾਂ। ਸੋ ਜੇਕਰ ਤੁਸੀਂ ਯੈਸ ਜਾਂ ਨੋ ਉੱਪਰੋਂ ਚੇਂਜ ਕਰਦੇ ਹੋ ਤਾਂ ਇੱਥੇ ਜੋ ਵੈਲਿਊਜ਼ ਭਰੀਆਂ ਨੇ ਉਹਨੂੰ ਚੇਂਜ ਕਰਨਾ ਵੀ ਬਹੁਤ ਜ਼ਰੂਰੀ ਹੈ, ਨਹੀਂ ਤਾਂ ਕੈਲਕੂਲੇਸ਼ਨਸ ਗਲਤ ਹੋਣਗੀਆਂ। ਸੋ ਤੁਸੀਂ ਇੱਥੋਂ ਪੜ੍ਹ ਲੈਣਾ ਵੀ ਇੱਥੇ ਕੀ ਡਿਟੇਲ ਮੰਗੀ ਗਈ ਆ, ਉਹਦਾ ਹੀ ਆਨਸਰ ਆਪਾਂ ਇੱਥੇ ਦੇਣਾ ਹੈ। ਸੋ ਅਗਰ ਮੈਂ ਨੋ ਕਰ ਰਿਹਾ ਸੀ ਤਾਂ ਇੱਥੇ ਸਿਰਫ ਨੋਸ਼ਨਲ ਡਿਟੇਲ ਮੰਗੀ ਗਈ ਹੈ, ਅਗਰ ਮੈਂ ਉੱਪਰੋਂ ਯੈਸ ਕਰਦਾ ਤਾਂ ਇੱਥੇ ਐਕਚੁਅਲ ਪੇ ਬੈਂਡ ਦੀ ਡਿਟੇਲ ਮੰਗੀ ਗਈ ਹੈ।
ਸੋ ਬਿਲਕੁਲ ਗੱਲ ਉਲਟ ਹੋ ਜਾਂਦੀ ਹੈ। ਸੋ ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾ। ਸੋ ਮੈਂ ਸਿਲੈਕਟ ਕਰ ਰਿਹਾ ਨੋ। ਇੱਥੇ ਮੈਂ ਨੋਸ਼ਨਲ ਪੇ ਬੈਂਡ ਜੋ ਗ੍ਰੇਡ ਪੇ ਹੈ ਮੈਂ ਉਹ ਸਿਲੈਕਟ ਕਰੂੰਗਾ। ਜਿਸ ਤਰ੍ਹਾਂ ਆਪਾਂ ਪਿੱਛੋਂ ਨੋਸ਼ਨਲ ਬੇਸ ਤੇ ਕੈਲਕੂਲੇਸ਼ਨ ਕਰਦੇ ਆ ਰਹੇ ਸੀ, ਆਪਾਂ 3600 ਦਾ ਸਿਲੈਕਟ ਕਰ ਲਿਆ। ਕਿੰਨੀ ਬੇਸਿਕ ਪੇ ਬਣਦੀ ਸੀ ਆਪਾਂ ਉਧਰੋਂ ਨੋਸ਼ਨਲ ਤੋਂ ਦੇਖ ਸਕਦੇ ਹਾਂ। ਲਾਸਟ ਬੇਸਿਕ ਪੇ ਬਣਦੀ ਸੀ 23,030 ਰੁਪਏ। ਸੋ ਮੈਂ ਉਹ ਭਰ ਦਿੰਦਾ ਇੱਥੇ। ਇਨਕਰੀਮੈਂਟ ਮੰਥ ਆਪਣਾ ਅਪ੍ਰੈਲ ਸੀ, ਸੋ ਆਪਾਂ ਇੱਥੇ 4 ਭਰਾਂਗੇ। ਧਿਆਨ ਦੇਣਾ ਵੀ ਇੱਥੇ ਆਪਾਂ ਜੋ ਇਹ ਡਾਰਕ ਬਰਾਊਨਿਸ਼ ਯੈਲੋ ਜੋ ਸੈਲਸ ਨੇ, ਇਹਨਾਂ 'ਚ ਡਰੋਪ ਡਾਊਨ ਮੈਨਿਊ ਆਪਾਂ ਆਪਦੇ ਆਪ ਇੱਥੇ ਅਪ੍ਰੈਲ ਵਰਡਸ ਦੇ ਵਿੱਚ ਜਾਂ ਇਸ ਤਰ੍ਹਾਂ ਨਹੀਂ ਭਰਨਾ। ਆਪਾਂ ਜੋ ਮੈਨਿਊ ਨੂੰ ਡਰੋਪ ਡਾਊਨ ਲਿਸਟ ਉਹਦੇ ਵਿੱਚੋਂ ਆਪਾਂ ਸਿਲੈਕਟ ਕਰਨਾ। ਪੋਸਟ ABC ਜੋ ਵੀ ਹੈ ਆਪਾਂ ਉਹ ਸਿਲੈਕਟ ਕਰ ਸਕਦੇ ਹਾਂ। ਫਿਰ ਇੱਥੇ ਹੈ ਇਨੀਸ਼ੀਅਲੀ ਫਿਕਸਡ ਪੇ 'ਤੇ ਸੀ। ਜਿਸ ਤਰ੍ਹਾਂ ਕਿਸੇ ਕਰਮਚਾਰੀ ਦੀ ਅਗਰ ਜੁਆਇਨਿੰਗ ਹੀ 2017 ਦੀ ਹੈ 18 ਦੀ ਹੈ, ਅਗਰ ਉਹ ਪਹਿਲਾਂ ਪ੍ਰੋਬੇਸ਼ਨ 'ਤੇ ਕੁਛ ਦੇਰ ਲਈ ਇਨੀਸ਼ੀਅਲੀ ਫਿਕਸ ਪੇ 'ਤੇ ਰਹਿੰਦੇ ਨੇ ਤਾਂ ਆਪਾਂ ਇੱਥੋਂ ਯੈਸ ਕਰਦੇ ਹਾਂ, ਅਦਰਵਾਈਜ਼ ਨੋ। ਸੋ ਅਗਰ ਐਕਸਟੈਂਸ਼ਨ 'ਤੇ ਚੱਲ ਰਹੇ ਨੇ ਤਾਂ ਇੱਥੋਂ ਯੈਸ ਕਰ ਸਕਦੇ ਹਾਂ। ਅਗਰ ਆਪਾਂ ਐਕਸਟੈਂਸ਼ਨ ਲਈ ਯੈਸ ਕਰਾਂਗੇ ਤਾਂ ਉਹਨਾਂ ਦੀ ਡੇਟ ਆਫ ਐਕਸਟੈਂਸ਼ਨ ਆਪਾਂ ਉਹ ਵੀ ਸਟਾਰਟ ਡੇਟ ਪਾਉਣੀ ਹੈ। ਸੋ ਇਹਦੇ ਨਾਲ ਇੱਧਰ ਜੋ ਦੂਸਰੇ ਸਿੰਪਲ ਨੇ ਪੈਨ, ਅਗਰ ਪੈਨ ਨੰਬਰ ਆਪਾਂ ਪਾਉਣਾ, NPS ਯੈਸ ਨੋ, ਪ੍ਰਾਨ, EMPLOYE ਦਾ HRMS ਕੋਡ ਆਪਾਂ ਇੱਥੇ ਪਾ ਸਕਦੇ ਹਾਂ। ਉਸ ਤੋਂ ਬਾਅਦ ਜੋ 16 ਨੰਬਰ ਰੋ ਹੈ ਇਹ ਫਿਰ ਇੰਪੋਰਟੈਂਟ ਹੈ। ਹੁਣ ਇੱਥੇ ਆਪਾਂ 11 ਨੰਬਰ ਰੋ ਦੇ ਵਿੱਚ ਜੋ ਨੋਸ਼ਨਲ ਪੇ ਬੈਂਡ ਸਿਲੈਕਟ ਕੀਤਾ ਸੀ, ਨੋਸ਼ਨਲ ਬੇਸਿਕ ਪੇ ਭਰੀ ਸੀ, ਤਾਂ ਹੁਣ ਇਹਦੇ ਵਿੱਚ ਆਪਣੇ ਕੋਲ ਇੱਥੇ ਹੈ ਐਕਚੁਅਲ, ਕਿਉਂਕਿ ਆਪਾਂ ਨੂੰ ਏਰੀਅਲ ਕੈਲਕੂਲੇਸ਼ਨ ਲਈ ਐਕਚੁਅਲ ਦੀ ਵੀ ਲੋੜ ਪੈਣੀ ਹੈ। ਔਰ ਹੁਣ ਇਸ ਕਰਮਚਾਰੀ ਨੇ ਐਕਚੁਅਲੀ 5000 ਦੇ ਸਕੇਲ ਦੇ ਵਿੱਚ ਸੈਲਰੀ ਡਰਾ ਕਰਾਈ ਸੀ, ਸੋ ਆਪਾਂ ਇੱਥੇ 5000 ਸਿਲੈਕਟ ਕਰਦੇ ਹਾਂ। ਔਰ ਅਗਰ ਮੈਂ ਇੱਥੇ ਵੈਸੇ ਡਮੀ ਵੈਲਿਊ ਭਰਦਾ ਬੇਸਿਕ ਪੇ ਐਕਚੁਅਲੀ ਡਰਾਨ ਅਗਰ ਉਹਨਾਂ ਦੀ 28,050 ਰੁਪਏ ਸੀ। ਸੋ ਹੁਣ ਇਹ ਦੁਬਾਰਾ ਫਿਰ ਮੈਂ ਦੱਸ ਰਿਹਾ, ਜੋ 11 ਤੇ 12 ਨੰਬਰ ਰੋ ਹੈ ਤਾਂ 16 ਨੰਬਰ ਰੋ ਹੈ, ਇਹ ਇੱਕ ਦੂਜੇ ਦੇ ਉਲਟ ਨੇ। ਇਹ ਜ਼ਰੂਰ ਧਿਆਨ ਰੱਖਣਾ। ਅਗਰ ਆਪਾਂ ਉੱਪਰੋਂ ਯੈਸ ਜਾਂ ਨੋ ਕਰਦੇ ਹਾਂ ਤਾਂ ਇਹ ਦੋਨੋਂ ਉਲਟ ਹੋ ਜਾਂਦੇ ਆ। ਸੋ ਹੁਣ ਮੈਂ ਯੈਸ ਕੀਤਾ ਤਾਂ ਹੁਣ ਇਸ ਜਗ੍ਹਾ ਤੇ ਜਿੱਥੇ ਮੈਂ ਐਕਚੁਅਲ ਭਰੀ ਸੀ ਹੁਣ ਉੱਥੇ ਨੋਸ਼ਨਲ ਭਰਨੀ ਹੈ ਜੀ ਆਪਾਂ। ਸੋ ਅਗਰ ਤੁਸੀਂ ਆਪਸ਼ਨ ਚੇਂਜ ਕਰਦੇ ਹੋ ਤਾਂ ਇਹ ਵੈਲਿਊਜ਼ ਵੀ ਚੇਂਜ ਕਰਨੀਆਂ, ਇਹ ਜ਼ਰੂਰ ਧਿਆਨ ਰੱਖਿਓ, ਨਹੀਂ ਤਾਂ ਕੈਲਕੂਲੇਸ਼ਨਸ ਗਲਤ ਹੋਣਗੀਆਂ। ਸੋ ਉਸੇ ਤਰ੍ਹਾਂ ਅਗਰ ਆਪਣੇ ਕੋਲ ਇੱਥੇ ਟੇਬਲ ਬਣਿਆ, ਜੋ ਰੂਟੀਨ ਦਾ ਇਨਕਰੀਮੈਂਟ ਹੈ ਉਹਨੂੰ ਛੱਡ ਕੇ ਅਗਰ ਕਿਸੇ ਵੀ ਤਰ੍ਹਾਂ ਦੀ ਐਂਟਰੀ ਹੈ, ACP ਪ੍ਰਮੋਸ਼ਨ ਦੀ ਹੈ, ਪਲੇਸਮੈਂਟ ਹੈ, ਫੁੱਲ ਸਕੇਲ ਹੈ, ਇਨਕਰੀਮੈਂਟ ਹੈ, ਫੁੱਲ ਸਕੇਲ ਸੇਮ ਉਵੇਂ ਅਗਰ ਆਪਣੇ ਕੋਲ ਕਰਮਚਾਰੀ ਪਹਿਲਾਂ ਇੱਥੇ ਫਿਕਸ ਪੇ 'ਤੇ ਆ ਤਾਂ ਜਦੋਂ ਤੋਂ ਉਹਨਾਂ ਨੂੰ ਫੁੱਲ ਸਕੇਲ ਮਿਲਿਆ ਤਾਂ ਆਪਾਂ ਉਹਦੀ ਐਂਟਰੀ ਇੱਥੇ ਕਰਾਂਗੇ ਜੀ। ਸਿਮਿਲਰਲੀ ਅਗਰ ਪ੍ਰਮੋਸ਼ਨ ਆ ਤਾਂ ਆਪਾਂ ਪ੍ਰਮੋਸ਼ਨ ਦੀ ਐਂਟਰੀ ਇੱਥੇ ਕਰਾਂਗੇ। ਸਪੋਜ਼ ਇਹ ਆਪਾਂ ਹੁਣ ਪਹਿਲਾਂ ਪਿਛਲੇ ਉਹ 'ਚ ACP ਦਾ ਐਗਜ਼ਾਮਪਲ ਲਿਆ ਸੀ, ਹੁਣ ਆਪਾਂ ਪ੍ਰਮੋਸ਼ਨ ਦਾ ਐਗਜ਼ਾਮਪਲ ਲੈਂਦੇ ਹਾਂ। ਕਰਮਚਾਰੀ ਹੁਣ ਇੱਥੇ ਧਿਆਨ ਰੱਖਣਾ, ਇੱਥੇ ਆਪਾਂ ਜੋ ਡਿਟੇਲ ਭਰਨੀਆਂ ਨੇ ਉਹ 1/1/16 ਤੋਂ ਲੈ ਕੇ 30/6/21 ਤੱਕ ਦੀਆਂ ਭਰਨੀਆਂ ਨੇ। ਸੋ ਮੈਂ ਇੱਥੇ ਇਹਨਾਂ ਦੀ ਪ੍ਰਮੋਸ਼ਨ ਹੋਈ ਆਪਾਂ ਕਹਿੰਦੇ ਹਾਂ 20 ਮਈ 2018। ਸੋ ਇਸ ਤੋਂ ਬਾਅਦ ਆਪਾਂ ਸੌਰੀ ਡੇਟ ਗਲਤ ਲਿਖੀ ਗਈ ਸੀ ਮੇਰੇ ਤੋਂ, 2018। ਹੁਣ ਇੱਥੇ ਆਪਾਂ ਉਹਨਾਂ ਦਾ ਜਦੋਂ ਪ੍ਰਮੋਸ਼ਨ ਹੋਈ ਉਸ ਪ੍ਰਮੋਸ਼ਨ ਦੇ ਵਿੱਚ ਉਹਨਾਂ ਦਾ ਜੋ ਜਿਸ ਸਕੇਲ ਜਿਸ ਪੋਸਟ 'ਤੇ ਪ੍ਰਮੋਸ਼ਨ ਹੋਈ ਉਹਦੇ ਵਿੱਚ ਉਹਨਾਂ ਦਾ ਸਕੇਲ ਕੀ ਚੱਲਦਾ ਸੀ 2011 ਤੋਂ ਪਹਿਲਾਂ। ਸੋ ਪਹਿਲਾਂ ਜਿਹਨੂੰ ਆਪਾਂ ਨੋਸ਼ਨਲ ਬੇਸਿਕਲੀ ਕਹਿ ਦਿੰਦੇ ਹਾਂ ਵਿਦਆਊਟ ਰੀ ਰਿਵੀਜ਼ਨ ਆਫ 2011। ਸੋ ਉਹ ਇਸ ਪੋਸਟ ਦਾ ਜਿਸ ਪੋਸਟ 'ਤੇ ਉਹਨਾਂ ਦੀ ਪ੍ਰਮੋਸ਼ਨ ਹੋਈ ਹੈ ਉਹਨਾਂ ਦਾ 4200 ਚੱਲਦਾ ਸੀ। ਇਨਕਰੀਮੈਂਟ ਮੰਥ 5th ਹੀ ਹੈ ਜੀ ਉਹਨਾਂ ਦਾ, ਸੌਰੀ 4th ਹੈ। ਐਕਚੁਅਲ ਦੇ ਵਿੱਚ ਜਦੋਂ ਪ੍ਰਮੋਸ਼ਨ ਹੋਈ ਉਹਨਾਂ ਨੂੰ ਕਿਹੜਾ ਸਕੇਲ ਮਿਲਿਆ, ਕਿਉਂਕਿ ਐਕਚੁਅਲ ਦਾ ਮਤਲਬ ਹੈ ਜਦੋਂ ਉਹਨਾਂ ਨੂੰ 2011 ਦਾ ਬੈਨੀਫਿਟ ਮਿਲਣ ਤੋਂ ਬਾਅਦ ਉਸ ਪੋਸਟ ਦਾ ਕੀ ਸਕੇਲ ਸੀ। ਸੋ ਇੱਥੇ ਮੈਂ 5400 ਵਾਲਾ ਸਕੇਲ ਸਿਲੈਕਟ ਕਰਤਾ। ਇੱਥੇ ਫਿਰ ਆਪਾਂ ਐਕਚੁਅਲ ਬੇਸਿਕ ਪੇ ਉਹਨਾਂ ਨੂੰ ਕਿੰਨੀ ਮਿਲੀ ਜਦੋਂ ਉਹਨਾਂ ਦੀ ਪ੍ਰਮੋਸ਼ਨ ਹੋ ਗਈ। ਸੋ ਮੈਂ ਇੱਥੇ ਭਰ ਦਿੰਦਾ 29,000 4 ਅਪ੍ਰੈਲ ਨੂੰ। ਹੁਣ ਲਾਸਟ ਕਾਲਮ ਹੈ ਕਿ ਅਗਰ ਜਦੋਂ ਉਹਨਾਂ ਦੀ ਪ੍ਰਮੋਸ਼ਨ ਹੋਈ ਉਹ ਆਪਸ਼ਨ ਦਿੰਦੇ ਆ ਯੈਸ ਜਾਂ ਨੋ ਦਾ, ਵੀ ਕੀ ਉਹ ਚਾਹੁੰਦੇ ਨੇ ਮੇਰਾ ਇਨਕਰੀਮੈਂਟ ਨੈਕਸਟ ਇਨਕਰੀਮੈਂਟ ਦੇ ਨਾਲ ਲੱਗੇ ਤਾਂ ਫਿਰ ਆਪਾਂ ਯੈਸ ਕਰ ਦਾਂਗੇ। ਅਗਰ ਉਹ ਚਾਹੁੰਦੇ ਨੇ ਨਾ ਲੱਗੇ ਫਿਰ ਆਪਾਂ ਨੋ ਕਰ ਦਾਂਗੇ। ਸੋ ਇਹ ਆਪਸ਼ਨ ਦਿੱਤਾ ਗਿਆ, ਤੁਸੀਂ ਕਰਮਚਾਰੀ ਦੀ ਜੋ ਚੋਇਸ ਆ ਉਹਦੇ ਅਕੋਰਡਿੰਗ ਕਰ ਸਕਦੇ ਹੋ ਜੋ ਆਪਸ਼ਨ ਉਹਨਾਂ ਨੇ ਉਹ ਦਿੱਤਾ। ਸੋ ਫਰਦਰ ਮੈਂ ਕੈਲਕੂਲੇਸ਼ਨ ਕਰਨ ਤੋਂ ਪਹਿਲਾਂ ਇੱਕ ਵਾਰੀ ਦੁਬਾਰਾ ਫਿਰ ਇੱਥੇ ਮੈਂ ਬਿਲਕੁਲ ਗੱਲ ਕਲੀਅਰ ਕਰ ਦੇਣੀ ਚਾਹੁੰਦਾ ਜਿੱਥੇ ਗੜਬੜ ਹੁੰਦੀ ਆ, ਵੀ ਜਦੋਂ ਆਪਾਂ ਕੋਈ ਵੀ ਐਂਟਰੀ ਪਾਉਂਦੇ ਹਾਂ ਇਸ ਜਗ੍ਹਾ 'ਤੇ ਆਪਾਂ ਉਹਨਾਂ ਦੀ ਨੋਸ਼ਨਲ ਐਂਟਰੀ ਪਾ ਰਹੇ ਹਾਂ, ਵੀ ਅਗਰ 2011 ਦਾ ਸਕੇਲ ਨਾ ਮਿਲਿਆ ਹੁੰਦਾ ਤਾਂ ਉਸ ਪੋਸਟ 'ਤੇ ਜਿਸ 'ਤੇ ਉਹਨਾਂ ਦੀ ਪ੍ਰਮੋਸ਼ਨ ਹੋਈ ਹੈ ਉਹਨਾਂ ਦਾ ਸਕੇਲ ਪੋਸਟ ਦਾ ਸਕੇਲ ਕੀ ਹੋਣਾ ਸੀ। ਸੋ ਆਪਾਂ ਇੱਥੇ ਉਹ ਸਿਲੈਕਟ ਕਰਦੇ ਹਾਂ ਔਰ ਇਸ ਕਾਲਮ ਦੇ ਵਿੱਚ ਜੋ ਉਹਨਾਂ ਨੂੰ ਐਕਚੁਅਲ ਸਕੇਲ ਮਿਲਿਆ 2011 ਦੀ ਰਿਵੀਜ਼ਨ ਨੂੰ ਲੈ ਕੇ,
अगर कोई चेंज नहीं होया तो आप इन्हां दोनों जगह ते सेम भर सकते हैं। अगर जिस तरह कुछ पोस्टां या कुछ इस तरह के सी जिन्हां दा कोई रिवीजन नहीं सी होया तो उन्हां दोनों थां ते सेम आ जाएगा जी। इसे तरह ਆਪਾਂ ਇੱਕ ਪ੍ਰਮੋਸ਼ਨ ਦੀ ਕਰਤੀ, ਆਪਾਂ ਨਾਲ ACP ਦੀ ਵੀ ਐਂਟਰੀ ਕਰ ਸਕਦੇ ਹਾਂ ਜਾਂ ਕੋਈ ਹੋਰ ਅਗਰ ਆਪਾਂ ਨੂੰ ਜਿਵੇਂ ਦੀ ਰਿਕੁਆਇਰਮੈਂਟ ਹੋਵੇ ਆਪਾਂ ਇੱਥੋਂ ਉਹ ਐਂਟਰੀ ਕਰ ਸਕਦੇ ਹਾਂ। ਇਹਨਾਂ ਦੇ ਵਿੱਚ ਆਪਾਂ 5 ਐਂਟਰੀ ਕਰ ਸਕਦੇ ਹਾਂ। ਸੋ ਐਂਟਰੀ ਆਪਾਂ ਉਸੇ ਤਰਤੀਬ ਦੇ ਵਿੱਚ ਕਰਨੀ, ਸਭ ਤੋਂ ਪਹਿਲਾਂ ਪਹਿਲੇ ਦੇ ਵਿੱਚ, ਫਿਰ ਸੈਕਿੰਡ, ਜਿੰਨੇ ਆਪਾਂ ਨੂੰ ਚਾਹੀਦੇ ਆ ਔਰ ਆਪਣੀ ਲੋੜ ਅਨੁਸਾਰ ਆਪਾਂ ਭਰ ਸਕਦੇ ਹਾਂ। ਸੋ ਉਸ ਤੋਂ ਅੱਗੇ HRA ਕੈਟੇਗਰੀ, ਆਪਾਂ ਕਿਹੜੀ ਕੈਟੇਗਰੀ ਸਿਲੈਕਟ ਕਰਨੀ ਆ। ਰੂਰਲ ਅਲਾਊਂਸ ਸਿੰਪਲ ਇਹ ਲਿਖਿਆ ਹੋਇਆ, ਤੁਸੀਂ ਮਤਲਬ ਸਮਝ ਸਕਦੇ ਹੋ, ਕੋਈ ਇਹਦੇ ਵਿੱਚ ਉਹ ਨਹੀਂ ਹੈ। ਸੋ ਇਹਦੇ ਵਿੱਚ ਫਿਰ ਆ ਗਿਆ ਆਪਣਾ ਸਟਾਪ ਇਨਕਰੀਮੈਂਟ। ਅਗਰ ਕਿਸੇ ਕਰਮਚਾਰੀ ਦਾ ਕਿਸੇ ਵੀ ਵਜ੍ਹਾ ਕਰਕੇ ਆਪਾਂ ਕੋਈ ਇੱਕ ਇਨਕਰੀਮੈਂਟ ਸਟਾਪ ਕਰਨਾ ਚਾਹੁੰਦੇ ਹਾਂ ਤਾਂ ਆਪਾਂ ਉਹ ਮੰਥ ਤੇ ਈਅਰ ਇੱਥੇ ਭਰ ਦਾਂਗੇ, ਉਹ ਪਰਟੀਕੂਲਰ ਇਨਕਰੀਮੈਂਟ ਨਹੀਂ ਲੱਗੇਗਾ। ਨੈਕਸਟ ਹੈ ਥੋੜ੍ਹਾ ਮਤਲਬ ਡਾਊਟ ਰਹਿੰਦਾ, ਜੋ ਨੋਟੀਫਿਕੇਸ਼ਨ ਉਹਦੇ ਵਿੱਚ ਵੀ ਗੱਲ ਸਾਨੂੰ ਕਲੀਅਰ ਨਹੀਂ ਮਿਲੀ ਵੀ ACP ਦੇ ਵਿੱਚ ਅਗਰ ਆਪਾਂ ਨੋਸ਼ਨਲ ਕੈਲਕੂਲੇਸ਼ਨ ਕਰਦੇ ਆ ਰਹੇ ਹਾਂ ਜਾਂ ਜੋ ਆਪਣਾ ਨਵੇਂ ਸਕੇਲ ਰਿਵਾਈਜ਼ ਹੋਏ ਨੇ ਉਹਦੇ ਵਿੱਚ ਜਦੋਂ ACP ਆਪਾਂ ਮੈਂਸ਼ਨ ਕਰਦੇ ਹਾਂ, ACP ਦੇ ਦੌਰਾਨ ਉਹ ਇਨਕਰੀਮੈਂਟ ਦੇਣਾ ਹੈ ਜਾਂ ਨਹੀਂ ਦੇਣਾ ਹੈ। ਕਿਉਂਕਿ ਕੁਝ ਰਾਏ ਇਹ ਹੈ ਵੀ ਹਾਲੇ ਤੱਕ ਨੋਟੀਫਿਕੇਸ਼ਨ ਦੇ ਵਿੱਚ ਗੱਲ ਕਲੀਅਰ ਨਹੀਂ ਆ, ਆਪਾਂ ਇਸ ਕਰਕੇ ਇਨਕਰੀਮੈਂਟ ਨਹੀਂ ਦੇਣਾ, ਆਪਾਂ ਨੋ ਰੱਖਾਂਗੇ। ਅਗਰ ਕੋਈ DDO ਦੇਣਾ ਚਾਹੁੰਦੇ ਨੇ ਤਾਂ ਅਸੀਂ ਇੱਥੇ ਯੈਸ ਕਰ ਸਕਦੇ। ਸੋ ਅਸੀਂ ਇਹਦੇ ਬਾਰੇ ਹਾਲੇ ਆਪਦੇ ਵੱਲੋਂ ਕੁਛ ਨਹੀਂ ਕਰੇ, ਸਾਰਾ ਅਸੀਂ ਕੰਟਰੋਲ ਯੂਜ਼ਰ ਨੂੰ ਦਿੱਤਾ ਜਾਂ DDO ਨੂੰ ਦਿੱਤਾ ਵੀ ਉਹ ਜਿਸ ਤਰ੍ਹਾਂ ਚਾਹਣ ਉਹ ਫੈਸਲਾ ਲੈ ਸਕਦੇ ਆ। ਸੋ ਕਿਉਂਕਿ ਇਹਦੇ ਬਾਰੇ ਕਲੀਅਰ ਨਹੀਂ ਸੀ, ਇਸ ਕਰਕੇ ਅਸੀਂ ਫੈਸਲਾ ਤੁਹਾਡੇ ਤੇ ਛੱਡਿਆ, ਜੋ ਵੀ ਤੁਸੀਂ ਯੂਜ਼ ਕਰਨਾ ਚਾਹੋ ਇਹ 'ਚੋਂ ਕਰ ਸਕਦੇ ਹੋ। ਇਹ ਸਾਰੀ ਡਿਟੇਲਸ ਉੱਪਰ ਭਰਨ ਤੋਂ ਬਾਅਦ ਆਪਾਂ ਕੈਲਕੂਲੇਟ ਦੇ ਬਟਨ ਤੇ ਕਲਿੱਕ ਕਰਨਾ। ਸੋ ਫਿਰ ਮੈਂ ਉਹੀ ਗੱਲ ਦੱਸਣਾ, ਜਿੰਨੀ ਦੇਰ ਕੈਲਕੂਲੇਟ ਬਟਨ ਦੱਬੇ ਤੋਂ ਇਹ ਪ੍ਰੋਗਰੈਸ ਸਟਾਰਟ ਨਹੀਂ ਹੁੰਦੀ, ਉਨੀ ਦੇਰ ਜੋ ਕੈਲਕੂਲੇਸ਼ਨਸ ਨੀਚੇ ਆ ਰਹੀਆਂ ਨੇ ਇਟ ਮੀਨਸ ਉਹ ਰੋਂਗ ਨੇ, ਉਹ ਗਲਤ ਨੇ ਸਾਰੀਆਂ। ਕੈਲਕੂਲੇਟ ਬਟਨ ਦੇ ਉੱਪਰ ਕਲਿੱਕ ਕਰਨ ਤੋਂ ਬਾਅਦ ਇਹਦੀ ਪ੍ਰੋਸੈਸਿੰਗ ਪੂਰੀ ਹੋਏਗੀ ਤਾਂ ਹੀ ਆਪਾਂ ਮੰਨ ਸਕਦੇ ਹਾਂ ਵੀ ਨੀਚੇ ਵਾਲੀਆਂ ਕੈਲਕੂਲੇਸ਼ਨਸ ਠੀਕ ਹੋਣਗੀਆਂ। ਸੋ ਆਪਾਂ ਇਹ ਅਪਰੋਕਸੀਮੇਟਲੀ 20 ਸਕਿੰਟ ਦਾ ਟਾਈਮ ਇੱਥੇ ਲੱਗਦਾ ਜੀ ਕੈਲਕੂਲੇਸ਼ਨਸ ਲਈ। ਸੋ ਜਦੋਂ ਆਪਣੀ ਇਹ ਡਨ ਲਿਖ ਕੇ ਆ ਗਿਆ ਤਾਂ ਆਪਾਂ ਦੇਖ ਸਕਦੇ ਹਾਂ ਵੀ ਕਰਮਚਾਰੀ ਦੀ ਰਿਵੀਜ਼ਨ ਤੋਂ ਬਾਅਦ, ਕਿਉਂਕਿ ਆਪਾਂ ਉੱਪਰੋਂ ਨੋ ਸਿਲੈਕਟ ਕੀਤਾ ਸੀ ਤਾਂ ਜੋ ਮਲਟੀਪਲਾਈਂਗ ਫੈਕਟਰ 2.59 ਵਾਲਾ ਯੂਜ਼ ਹੋਇਆ। ਉਹਨਾਂ ਦੀ ਇੰਨੀ ਜੋ ਬੇਸਿਕ ਪੇ ਬਣਨੀ ਹੈ ਉਹ 61,000 ਦੇ ਕਰੀਬ ਬਣਦੀ ਆ। ਸਾਰਾ ਇੱਥੇ ਲਿਖਿਆ ਹੋਇਆ ਕਿਸ ਪੇ ਮੈਟ੍ਰਿਕਸ ਤੇ ਕਿਸ ਲੈਵਲ ਤੇ ਫਿੱਟ ਹੁੰਦੇ ਨੇ ਉਹ। ਸੋ ਥੱਲੇ ਆਪਣੇ ਇੱਕ ਵਿਊ ਲਈ ਨੀਚੇ ਲਗਾਇਆ ਆਪਣੇ ਟੇਬਲ ਬਣਿਆ, ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਪੇ ਰਿਵੀਜ਼ਨ ਹੈ, ਐਨੂਅਲ ਇਨਕਰੀਮੈਂਟ ਆਟੋਮੈਟਿਕਲੀ ਹੋ ਰਿਹਾ। ਪ੍ਰਮੋਸ਼ਨ ਦੀ ਐਂਟਰੀ ਹੈ, ਪ੍ਰਮੋਸ਼ਨ ਤੋਂ ਬਾਅਦ ਉਹਨਾਂ ਨੇ ਡਬਲ ਇਨਕਰੀਮੈਂਟ ਲੈਣ ਦਾ ਆਪਸ਼ਨ ਦਿੱਤਾ ਸੀ, ਉਹਦੀ ਇੱਥੇ ਰਿਮਾਰਕਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ। ਸੋ ਇਸ ਤੋਂ ਬਾਅਦ ਟੇਬਲ ਤੋਂ ਬਾਅਦ ਆਪਾਂ ਜੋ ਪੇ ਫਿਕਸੇਸ਼ਨ ਵਾਲਾ ਟੇਬਲ ਹੁੰਦਾ ਆਪਣਾ ਉਹ ਦੇਖ ਸਕਦੇ ਹਾਂ ਆਪਾਂ। ਬੇਸਿਕ ਪੇ ਕਿੰਨੀ ਬੇਸਿਕ ਪੇ ਨਹੀਂ, ਗ੍ਰੋਸ ਪੇ ਕਿੰਨੀ ਬਣਦੀ ਆ ਉਹਦੇ ਲਈ ਕੰਪੈਰੀਜ਼ਨ ਜਸਟ ਤੁਸੀਂ ਇੱਕ ਮਤਲਬ ਲੁੱਕ ਲੈ ਸਕਦੇ ਹੋ, ਦੇਖ ਸਕਦੇ ਹੋ। ਸੋ ਇਹਦੇ ਵਿੱਚ ਕੁਛ ਜੋ ਯੈਲੋ ਸੈਲਸ ਨੇ ਉਹ ਐਡੀਟੇਬਲ ਨੇ, ਤੁਸੀਂ ਆਪਣੀ ਰਿਕੁਆਇਰਮੈਂਟ ਦੇ ਅਕੋਰਡਿੰਗ ਭਰ ਸਕਦੇ ਹੋ। ਇਹ ਜੋ ਨਵੀਂ ਪੇ ਵਾਲਾ ਜੋ ਟੇਬਲ ਹੈ ਇਹ ਲਿੰਕ ਹੈ ਇਸ ਟੇਬਲ ਦੇ ਨਾਲ। ਸੋ ਇੱਥੇ ਯੈਲੋ ਸੈਲਸ ਨੇ, ਤੁਸੀਂ ਜੋ ਤੁਹਾਡੀ ਰਿਕੁਆਇਰਮੈਂਟ ਉਹਦੇ ਅਕੋਰਡਿੰਗਲੀ ਚੇਂਜ ਕਰ ਸਕਦੇ ਹੋ। ਸੋ ਇਹ ਸੀ ਸਿੰਪਲ। ਅਗਰ ਜਿਸ ਤਰ੍ਹਾਂ ਮੈਂ ਉੱਪਰ ਤੁਹਾਨੂੰ ਐਗਜ਼ਾਮਪਲ ਦੱਸ ਰਿਹਾ ਸੀ, ਅਗਰ ਆਪਾਂ ਇੱਥੋਂ ਯੈਸ ਦੀ ਬਜਾਏ ਜਿਹੜਾ ਪ੍ਰਮੋਸ਼ਨ ਵਾਲਾ ਆਪਸ਼ਨ ਉਹ ਨੋ ਕਰਦੇ ਹਾਂ, ਇੱਥੇ ਨੋ ਕਰ ਦਿੰਦੇ ਆਪਾਂ, ਤਾਂ ਤੁਸੀਂ ਦੇਖੋਗੇ ਕੋਈ ਵੀ ਆਪਸ਼ਨ ਚੇਂਜ ਕਰਨ ਤੋਂ ਬਾਅਦ ਆਪਾਂ ਨੂੰ ਕੈਲਕੂਲੇਟ ਦੇ ਬਟਨ ਤੇ ਕਲਿੱਕ ਕਰਨਾ। ਸੋ ਮੈਂ ਥੋੜਾ ਟਾਈਮ ਸੇਵ ਕਰ ਲਈ, ਤੁਹਾਨੂੰ ਹੁਣ ਨੀਚੇ ਦਿਖਾਉਣਾ ਵੀ ਆਪਾਂ ਪ੍ਰਮੋਸ਼ਨ ਤੋਂ ਬਾਅਦ ਜੋ ਨੈਕਸਟ ਇਨਕਰੀਮੈਂਟ ਹੈ ਉਹਦੇ ਉੱਪਰ ਡਬਲ ਇਨਕਰੀਮੈਂਟ ਦਾ ਰਿਮਾਰਕਸ ਨਹੀਂ ਆਇਆ, ਔਰ ਪ੍ਰਮੋਸ਼ਨ ਦੇ ਸਾਹਮਣੇ ਜੋ ਹੈ ਉਹ ਕੈਲਕੂਲੇਸ਼ਨ ਇਨਕਰੀਮੈਂਟ ਦੀ ਲੱਗ ਰਹੀ ਹੈ। ਸੋ ਇਸੇ ਤਰ੍ਹਾਂ ਤੁਸੀਂ ਜੋ ਵੀ ਤੁਹਾਡੀ ਰਿਕੁਆਇਰਮੈਂਟ ਹੈ ਆਪਸ਼ਨ ਇੱਥੇ ਦਿੱਤੇ ਗਏ, ਆਪਣੀ ਆਪਸ਼ਨ ਦੇ ਚੋਇਸ ਦੇ ਅਕੋਰਡਿੰਗ ਤੁਸੀਂ ਐਂਟਰੀ ਕਰ ਸਕਦੇ ਹੋ। ਸੋ ਇਹ ਸੀ ਬਰੀਫ ਆਪਾਂ ਕੈਲਕੂਲੇਸ਼ਨਸ ਕਿਸ ਤਰ੍ਹਾਂ ਕਰਨੀਆਂ ਨੇ। ਸੋ ਹੁਣ ਆਪਾਂ ਆਉਂਦੇ ਹਾਂ ਪੇ ਫਿਕਸੇਸ਼ਨ ਤੇ, ਵੀ ਆਪਾਂ ਜੋ ਸਰਵਿਸ ਬੁੱਕ ਤੇ ਜੋ ਪੇਜ ਆਪਾਂ ਲਗਾਉਣਾ ਹੁੰਦਾ, ਉਹ ਜੋ ਆਪਾਂ ਨੂੰ ਡਿਟੇਲ ਦੀ ਲੋੜ ਹੁੰਦੀ ਹੈ, ਸੋ ਉਹਨੂੰ ਅਸੀਂ ਕੋਸ਼ਿਸ਼ ਕੀਤੀ ਹੈ ਵੀ ਉਸ ਤੋਂ ਦਾ ਫਾਰਮੈਟ ਇੱਕ ਸਿੰਪਲ ਤਿਆਰ ਕਰਕੇ ਉਹਦੇ ਵਿੱਚ ਅਗਰ ਤੁਸੀਂ ਦੇਖੋ ਪਹਿਲਾਂ ਉੱਪਰ ਨੇਮ ਡੈਜ਼ਿਗਨੇਸ਼ਨ, ਫਿਰ ਇੰਪਲੋਈ ਦੀ ਨੋਸ਼ਨਲ ਪੇ ਦੇ ਬਾਰੇ ਡਿਟੇਲ ਆਉਂਦੀ ਹੈ, ਉਸ ਤੋਂ ਬਾਅਦ ਕਨਵਰਜ਼ਨ ਨਵੀਂ ਪੇ ਕਿੰਨੀ ਬਣੀ ਉਹ ਲਿਖ ਕੇ ਸਾਰਾ ਪੇ ਮੈਟ੍ਰਿਕਸ ਬਾਰੇ ਡਿਟੇਲ, ਫਿਰ ਜੋ ਨਵੇਂ ਪੇ ਸਕੇਲ ਦੇ ਵਿੱਚ ਜੋ ਪੇ ਫਿਕਸੇਸ਼ਨ ਬਣਦੀ ਹੈ 1/1/16 ਤੋਂ ਲੈ ਕੇ ਆਪਣੇ 30/6/21 ਤੱਕ, ਉਹਦੇ ਬਾਰੇ ਡਿਟੇਲ ਆ ਜਾਂਦੀ ਹੈ। ਜੋ ਵੀ ਕੋਈ ਜਿਸ ਤਰ੍ਹਾਂ ਡਬਲ ਇਨਕਰੀਮੈਂਟ ਹੋਏਗਾ ਉਹ ਸਾਰਾ ਆਪਣਾ ਰਿਮਾਰਕਸ ਦੇ ਵਿੱਚ ਲਿਖ ਕੇ ਆ ਜਾਏਗਾ। ਸੋ ਇਹਦਾ ਆਪਾਂ ਪ੍ਰਿੰਟ ਆਊਟ ਲੈ ਸਕਦੇ ਹਾਂ। ਸਿਮਿਲਰਲੀ ਪ੍ਰੀ ਫਿਲਡ ਆਪਣਾ ਜੋ ਆਪਸ਼ਨ ਫਾਰਮ ਹੈ ਉਹ ਵੀ ਆਉਂਦਾ, ਅਗਰ ਤੁਸੀਂ ਉੱਧਰ ਨੇਮ ਡੈਜ਼ਿਗਨੇਸ਼ਨ EHRMS ਕੋਡ ਸਾਰਾ ਉੱਧਰ ਡਿਟੇਲ ਭਰਿਆ ਹੋਇਆ ਸਾਰਾ ਆਪਣਾ ਇਹਦੇ ਵਿੱਚ ਇੱਥੇ ਆ ਜਾਏਗਾ। ਸੋ ਆਪਾਂ ਪ੍ਰੀ ਫਿਲਡ ਇੰਪਲੋਈ ਨੂੰ ਦੇ ਵੀ ਸਕਦੇ ਹਾਂ ਉਹਨਾਂ ਦੀ ਚੋਇਸ ਦੇ ਅਕੋਰਡਿੰਗ। ਸੋ ਉਸ ਤੋਂ ਬਾਅਦ ਹੈ ਏਰੀਅਰ ਬਿੱਲ। ਏਰੀਅਰ ਬਿੱਲ ਹਾਲੇ ਅਸੀਂ ਇਹਨੂੰ ਸਿਰਫ ਟਰਾਇਲ ਦੇ ਵਰਜ਼ਨ ਦੇ ਤੌਰ ਤੇ, ਕਿਉਂਕਿ ਹਾਲੇ ਬਹੁਤ ਸਾਰੇ ਅਲਾਊਂਸਿਸ ਬਾਰੇ DA ਬਾਰੇ
ਹਲੇ ਕੁਛ ਗੱਲ ਕਲੀਅਰ ਨਹੀਂ ਹੈ। ਸੋ ਹਾਲ ਦੀ ਘੜੀ ਅਸੀਂ ਇਹਨੂੰ ਮਤਲਬ ਟੈਂਪਰੇਰੀ ਸਿਰਫ ਇੱਕ ਵਾਰੀ ਤੁਹਾਡੇ ਸੁਜੈਸ਼ਨਸ ਲੈਣ ਲਈ ਤਿਆਰ ਕੀਤਾ। ਜੋ ਵੀ ਲੈਟਰ ਆਏਗਾ ਅਲਾਉਂਸਸ ਬਾਰੇ ਉਸ ਤੋਂ ਬਾਅਦ ਇਹਨੂੰ ਆਪਾਂ ਚੇਂਜ ਕਰ ਦਿਆਂਗੇ। ਸੋ ਇਹ ਤਾਂ ਸੀ ਆਪਣੇ ਸਿੰਗਲ EMPLOYE ਦੀ ਅਗਰ ਆਪਾਂ ਕੈਲਕੂਲੇਸ਼ਨ ਕਰਨੀ ਆ। ਸੋ ਨੈਕਸਟ ਗੱਲ ਹੈ, ਅਗਰ ਆਪਣੇ ਕੋਲੇ DDO ਕੋਲ ਜਾਂ ਕਿਸੇ ਆਪਣੇ ਜੋ ਕੰਮ ਕਰ ਰਹੇ ਡੀਲਿੰਗ ਪਰਸਨ ਨੇ ਉਹਨਾਂ ਕੋਲੇ ਬਹੁਤ ਜ਼ਿਆਦਾ EMPLOYE ਜਿਨ੍ਹਾਂ ਦਾ ਕਰਨਾ, ਸੋ ਫਿਰ ਮੈਂ ਸੁਜੈਸਟ ਕਰਦਾ ਫਿਰ ਉਹ ਆਪਣੇ ਜੋ ਸਟਾਫ ਵਾਲੀ ਸ਼ੀਟ ਆ ਉਹਦੇ ਵਿੱਚ ਡਿਟੇਲਸ ਐਂਟਰ ਕਰ ਸਕਦੇ, ਕਿਉਂਕਿ ਇਹਦੇ ਵਿੱਚ 200 EMPLOYE ਦਾ ਡਾਟਾ ਰਹਿ ਸਕਦਾ। ਤੁਸੀਂ ਅਗਰ ਦੇਖੋਗੇ ਇਸ ਸ਼ੀਟ ਦੇ ਵਿੱਚ ਪਹਿਲਾਂ ਸੀਰੀਅਲ ਨੰਬਰ ਹੈ, ਇਹ ਸੀਰੀਅਲ ਨੰਬਰ ਆਟੋ ਫਿਲਡ ਨੇ, ਪਹਿਲਾਂ ਹੀ ਪ੍ਰੀ ਫਿਲਡ ਹੈ, ਇਹ 200 ਤੱਕ ਜਾਂਦੇ ਨੇ ਜੀ। ਸੋ ਆਪਾਂ 1 ਬਾਈ 1 ਆਪਣੇ EMPLOYES ਦੀ ਐਂਟਰੀ ਇੱਥੇ ਕਰ ਸਕਦੇ ਹਾਂ। ਜੋ ਯੈਲੋ ਸੈਲਸ ਨੇ ਉਹ ਆਪਣੇ ਐਡੀਟੇਬਲ ਨੇ, ਜਿਸ ਤਰ੍ਹਾਂ ਆਪਾਂ ਇੱਥੇ ਭਰਤਾ, ਮੰਨ ਲਓ ਨੇਮ ਭਰ ਸਕਦੇ ਹਾਂ, ਫਿਰ EHRMS ਕੋਡ ਆਪਾਂ ਭਰ ਸਕਦੇ ਹਾਂ, ਇੱਥੇ ਡੈਜ਼ਿਗਨੇਸ਼ਨ ਆਪਾਂ ਕੁਛ ਵੀ ਆਪਣਾ ਜੋ ਇੱਥੇ ਰਿਕੁਆਇਰਡ ਆ ਭਰ ਸਕਦੇ ਹਾਂ, ਨੇਮ ਆਫ ਆਫਿਸ ਹੈ ਜੋ ਆਪਣਾ ਇਹਨੂੰ ਲਿੰਕ ਕੀਤਾ ਹੋਇਆ। ਜੋ ਅਗਰ ਆਪਾਂ ਨੇਮ ਫਸਟ ਸੈੱਲ ਦੇ ਵਿੱਚ ਭਰਾਂਗੇ ਬਾਕੀ ਸਾਰੇ EMPLOYES ਦਾ ਵੀ ਸੇਮ ਉਹੀ ਆਫਿਸ ਦਾ ਨਾਮ ਹੋ ਜਾਏਗਾ। ਫਿਰ ਆਪਾਂ ਯੈਸ ਜਾਂ ਨੋ ਇੱਥੋਂ ਸਿਲੈਕਟ ਕਰ ਸਕਦੇ ਹਾਂ। ਇੰਕਰੀਮੈਂਟ 1/1/16 ਦਾ ਸੇਮ ਸਾਰੇ ਆਪਸ਼ਨ ਆਪਣੇ ਕੋਲ ਇੱਥੇ ਦਿੱਤੇ ਹੋਏ ਨੇ। ਹੁਣ ਇੱਥੇ ਆਪਾਂ ਥੋੜ੍ਹਾ ਜਿਹਾ ਸਮਝਣਾ ਵੀ ਜੋ ਆਪਾਂ ਡਿਟੇਲ ਭਰਨੀ ਨੇ, ਪਹਿਲਾ ਹੈਗਾ ਐਕਚੁਅਲ ਡਰਾਨ ਐਜ਼ ਔਨ 1/1/11 1/1/11 ਨੂੰ ਜਾਂ ਡੇਟ ਆਫ ਜੁਆਇਨਿੰਗ ਨੂੰ ਜੋ ਉਹਨਾਂ ਨੇ ਐਕਚੁਅਲ ਡਰਾ ਕੀਤੀ ਉਹ ਭਰਨੀ ਹੈ। ਉਸ ਤੋਂ ਬਾਅਦ ਜੋ ਆਪਾਂ ਹੌਰੀਜੋਨਟਲੀ ਚੱਲਦੇ ਹਾਂ, ਪਹਿਲਾਂ ਉਹਨਾਂ ਦੀ ਆਪਾਂ ਭਰ ਹੀ ਦਿੰਦੇ ਹਾਂ, ਆਪਾਂ ਥੋੜ੍ਹਾ ਜਿਹਾ ਐਗਜ਼ਾਮਪਲ ਲੈ ਕੇ ਚੱਲਦੇ ਹਾਂ ਵੀ ਯੈਸ ਡੇਟ ਆਫ ਆਪਸ਼ਨ ਬਲੈਂਕ ਛੱਡਦੇ ਹਾਂ, ਜੋ ਬਾਈ ਡਿਫਾਲਟ ਹੈ ਉਹੀ ਚੱਲੇਗਾ। ਓਕੇ, ਮੈਂ ਕਹਿੰਦਾ EMPLOYE ਸਾਡੇ ਕੋਲ ਫਸਟ EMPLOYE 3600 ਦੇ ਗ੍ਰੇਡ ਪੇ ਦੇ ਕੰਮ ਕਰ ਰਹੇ ਸੀ। ਟੋਟਲ ਬੇਸਿਕ ਪੇ ਉਹਨਾਂ ਦੀ ਮੈਂ 20,000 ਦਾ ਐਗਜ਼ਾਮਪਲ ਇੱਕ ਵਾਰੀ ਲੈਣਾ। ਅਪ੍ਰੈਲ ਦੇ ਵਿੱਚ ਉਹਨਾਂ ਦਾ ਇੰਕਰੀਮੈਂਟ ਹੈ। ਇਜ਼ ਇਨੀਸ਼ੀਅਲੀ ਔਨ ਫਿਕਸਡ ਪੇ, ਆਪਾਂ ਕਹਿੰਦੇ ਨੋ। ਇਹ ਸਿਰਫ ਆਪਾਂ ਹਲੇ ਅਗਰ ਤੁਸੀਂ ਦੇਖੋ ਨਾਲ ਟਾਈਮ ਪੀਰੀਅਡ ਲਿਖਿਆ 1/1/11 ਤੋਂ 31/12/15 ਦੇ ਬਾਰੇ ਡਿਸਕਸ ਕਰ ਰਹੇ ਹਾਂ। ਸੋ ਮੈਂ ਹੌਰੀਜੋਨਟਲੀ ਕਰ ਰਿਹਾ, ਮੈਂ ਜੋ ਇਹਦੇ ਨੀਚੇ ਵਾਲੇ ਰੋਜ਼ ਆ ਉਹਨਾਂ ਨੂੰ ਹਲੇ ਨਹੀਂ ਕਰ ਰਿਹਾ, ਤਾਂ ਕਿ ਆਪਾਂ ਪਹਿਲਾਂ ਨੋਸ਼ਨਲ ਬਾਰੇ ਕੈਲਕੂਲੇਸ਼ਨ ਕਰ ਸਕੀਏ। ਸਿਮਿਲਰ ਜਿਸ ਤਰ੍ਹਾਂ ਟੇਬਲ ਆਪਾਂ ਪਹਿਲਾਂ ਉੱਧਰ ਦੇਖਿਆ, ਇੱਥੇ ਆਪਣੇ ਨੋਸ਼ਨਲ ਦੀ ਡਿਟੇਲ ਆਪਾਂ ਭਰ ਸਕਦੇ ਹਾਂ। ਸਪੋਜ਼ ਕਰਮਚਾਰੀ ਦੀ ਪ੍ਰਮੋਸ਼ਨ ਹੋਈ ਆ ਆਪਣੇ ਕੋਲ 25/4/13 ਨੂੰ। ਸੋ ਇਹ ਜਿਹੜਾ ਉੱਪਰ ਵਾਲਾ ਟੇਬਲ ਹੈ ਜਿੱਥੇ ਆਪਾਂ ਨੋਸ਼ਨਲ ਲਿਖਿਆ, ਇੱਥੇ ਸਿਰਫ ਆਪਾਂ 1/1/11 ਤੋਂ 31/12/15 ਤੱਕ ਦੀ ਡਿਟੇਲ ਐਂਟਰ ਕਰਨੀ ਹੈ। ਪ੍ਰਮੋਸ਼ਨ ਤੋਂ ਬਾਅਦ ਉਹਨਾਂ ਨੂੰ 3800 ਦਾ ਸਕੇਲ ਮਿਲਿਆ। ਸੋ ਆਪਾਂ ਪ੍ਰਮੋਸ਼ਨ ਦੀ ਐਂਟਰੀ ਕਰਤੀ। ਅਗਰ ਉਹਨਾਂ ਨੇ ਪ੍ਰਮੋਸ਼ਨ ਦੇ ਨਾਲ ਆਪਾਂ ਨੂੰ ਇਹਦਾ ਦਿੱਤਾ ਵੀ ਯੈਸ ਮੈਂ ਇੰਕਰੀਮੈਂਟ ਨੈਕਸਟ ਇੰਕਰੀਮੈਂਟ ਦੇ ਨਾਲ ਹੀ ਲੈਣਾ, ਸੋ ਆਪਾਂ ਇਕੱਲੀ ਹੁਣ ਇੱਥੋਂ ਪ੍ਰਮੋਸ਼ਨ ਦੀ ਡਿਟੇਲ ਨੋਸ਼ਨਲ ਜਾਣੀ ਕਿ 1/1/11 ਤੋਂ 31/12/15 ਤੱਕ ਦੀ ਇਸ ਫਸਟ ਰੋ ਦੇ ਵਿੱਚ ਆਪਾਂ ਐਂਟਰੀ ਕਰਤੀ। ਸੋ ਇੱਥੇ ਇੱਕ ਕੈਲਕੂਲੇਟ ਨੋਸ਼ਨਲ ਦਾ ਬਟਨ ਬਣਿਆ, ਤਾਂ ਕਿ ਪਹਿਲਾਂ ਨੋਸ਼ਨਲ ਜੋ ਪੇ ਆ 1/1/11 ਤੋਂ 31/12/15 ਨੋਸ਼ਨਲ ਦਾ ਭਾਵ ਜਿਸ ਤਰ੍ਹਾਂ 2011 ਦੇ ਰਿਵੀਜ਼ਨ ਦੇ ਬੈਨੀਫਿਟ ਨੂੰ ਛੱਡ ਕੇ ਅਗਰ ਆਪਾਂ ਕੈਲਕੂਲੇਸ਼ਨ ਕਰੀਏ, ਸੋ ਉਹ ਕੈਲਕੂਲੇਸ਼ਨ ਆਪਾਂ ਪਹਿਲਾਂ ਆਪਾਂ ਉਸ ਕੈਲਕੂਲੇਸ਼ਨ ਦੀ ਰਿਕੁਆਇਰਮੈਂਟ ਆ, ਤਾਂ ਹੀ ਆਪਾਂ ਜੋ ਨੈਕਸਟ ਆਪਣੀ ਹੈਗੀ ਆ ਉਹਦੇ ਵਿੱਚ ਆਪਾਂ ਭਰ ਸਕਦੇ ਹਾਂ। ਸੋ ਇਹਦੇ ਲਈ ਅਲੱਗ ਤੋਂ ਪਹਿਲਾਂ ਇੱਕ ਬਟਨ ਦਿੱਤਾ। ਸੇਮ ਇੱਥੇ ਇੱਕ ਯੈਸ ਜਾਂ ਨੋ ਦਾ ਆਪਸ਼ਨ ਦਿੱਤਾ ਕਿ ਅਗਰ ਆਪਦੇ ਇਹ ਜੋ ਕੈਲਕੂਲੇਸ਼ਨ ਇਹ ਕਰੇਗਾ ਉਹਨੂੰ ਆਪਦੇ ਆਪ ਨੈਕਸਟ ਕਾਲਮਸ ਦੇ ਵਿੱਚ ਭਰ ਦੇਵੇ ਤਾਂ ਆਪਾਂ ਯੈਸ ਕਰ ਲੈਂਦੇ ਹਾਂ। ਸੋ ਮੈਂ ਪਹਿਲਾਂ ਕੈਲਕੂਲੇਟ ਨੋਸ਼ਨਲ ਦੇ ਉੱਪਰ ਕਲਿੱਕ ਕਰਦਾ। ਜਦੋਂ ਹੀ ਮੈਂ ਕਲਿੱਕ ਕਰਦਾ ਨਾਲ ਇਹਦੇ ਜੋ ਸੈੱਲ ਬਣੀ ਉਹਦੇ ਵਿੱਚ ਆਪਾਂ ਨੂੰ ਪਲੀਜ਼ ਵੇਟ ਦਾ ਮੈਸੇਜ ਆਉਂਦਾ। ਉਹੀ ਅਪਰੋਕਸੀਮੇਟਲੀ 20 ਸਕਿੰਟ ਦਾ ਟਾਈਮ ਮੇਰਾ ਖਿਆਲ ਲੱਗਦਾ ਜੀ ਇਹਦੇ ਵਿੱਚ, ਸ਼ਾਇਦ 10 ਸਕਿੰਟ ਤੋਂ ਲੈ ਕੇ 20 ਸਕਿੰਟ ਤੱਕ ਦਾ। ਜਦੋਂ ਆਪਣੀ ਕੈਲਕੂਲੇਸ਼ਨ ਪੂਰੀ ਹੋ ਗਈ, ਇੱਥੇ ਡਨ ਲਿਖ ਕੇ ਆ ਗਿਆ, ਇਟ ਮੀਨਸ ਆਪਣੀ ਜੋ ਨੈਕਸਟ ਰੋ ਹੈ, ਅਗਰ ਤੁਸੀਂ ਦੇਖੋ ਇੱਥੇ ਜਿੱਥੇ ਆਪਾਂ ਨੋਸ਼ਨਲ ਭਰਨੀ ਸੀ ਉੱਥੇ ਜੋ ਕੈਲਕੂਲੇਸ਼ਨ ਹੋਈ ਉਹਦੇ ਅਕੋਰਡਿੰਗ ਆਪਦੇ ਆਪ ਇੱਥੇ ਆ ਗਿਆ ਡਿਟੇਲ ਆਪਣੀ ਫੀਲਡ। ਅਗਰ ਤੁਸੀਂ ਦੇਖਣਾ ਚਾਹੁੰਦੇ ਵੀ ਕੀ ਨੋਸ਼ਨਲ ਕੈਲਕੂਲੇਸ਼ਨ ਹੋਈ ਹੈ ਤਾਂ ਆਪਾਂ ਨੈਕਸਟ ਜਾ ਕੇ ਇੱਥੇ ਨੋਸ਼ਨਲ ਦਾ ਆਪਣੇ ਟੇਬਲ ਬਣਿਆ ਹੋਇਆ ਇਸ ਪਰਟੀਕੂਲਰ EMPLOYE ਦਾ। ਸੋ ਹੁਣ ਇੱਥੇ ਜੋ ਆਪਾਂ ਨੈਕਸਟ ਜੋ ਆਪਾਂ ਨਵੇਂ ਪੇ ਸਕੇਲ ਦੀ ਕੈਲਕੂਲੇਸ਼ਨ ਕਰਨੀ, ਉਹਦੇ ਲਈ ਆਪਾਂ ਇੱਥੇ ਭਰਾਂਗੇ ਐਕਚੁਅਲ ਡਰਾਨ ਜੋ ਉਹਨਾਂ ਨੇ ਐਕਚੁਅਲੀ ਡਰਾ ਕੀਤੀ ਹੈ, ਤਾਂ ਕਿ ਇਹ ਆਪਾਂ ਨੂੰ ਏਰੀਅਰ ਕੈਲਕੂਲੇਸ਼ਨ ਵਿੱਚ ਆਪਾਂ ਨੂੰ ਇਹਦੀ ਲੋੜ ਪੈਣੀ ਹੈ। ਸੋ ਮੈਂ ਇੱਥੇ ਸਿਲੈਕਟ ਕਰਦਾ 5000 ਜਿੰਨੀ ਉਹਨਾਂ ਨੇ ਐਕਚੁਅਲ ਡਰਾ ਕੀਤੀ ਸੀ 26,000।
इंक्रीमेंट मंथ सी 4th। सो ये भरन तो बाद सिमिलरली अगर आप कोई इत्थे ACP अपन उस टाइम दे विच मिलिया तो आप वो भर सकते हैं 15 सॉरी ये जो yes no वाला अपना ये कॉलम प्रमोशन दे नाल रिलेटेड है, इस करके इन्हूं आपां छड्ड रहे हैं। उसे कंटिन्यूएशन ਦੇ ਵਿੱਚ ਫਿਰ ਆਪਾਂ ਇੱਥੇ ਭਰਨਾ ਐਕਚੁਅਲੀ ਉਹਨਾਂ ਨੂੰ ਡਰਾ ਕਿੰਨਾ ਜਦੋਂ ਇਹਨਾਂ ਨੇ ACP ਮਿਲਿਆ ਤਾਂ ਉਹ 5000 ਵਾਲੇ ਵਿੱਚ ਕੰਮ ਕਰ ਰਹੇ ਸੀ। ਟੋਟਲ ਬੇਸਿਕ ਵੀ ਉਹਨਾਂ ਨੇ ਡਰਾ ਕੀਤੀ ਆ 28000 ਇੰਕਰੀਮੈਂਟ ਮੰਥ 4। ਹੁਣ ਆਪਾਂ ਆਪਣੀ ਨੈਕਸਟ ਡਿਟੇਲਸ ਭਰਤੀਆਂ। ਸੋ ਸੇਮ ਅਗਰ ਆਪਾਂ ਕੋਈ ਇੱਥੋਂ ਸਿਲੈਕਟ ਕਰਨਾ ਚਾਹੁੰਦੇ ਆਪਾਂ ਕੈਟਾਗਰੀ ਸਿਲੈਕਟਰ ਸੇ ਅਗਰ ਕੋਈ ਇਨਕਰੀਮੈਂਟ ਆਪਾਂ ਸਟਾਪ ਕਰਨਾ ਚਾਹੁੰਦੇ ਉਹ ਆਪਾਂ ਭਰ ਸਕਦੇ ਇੱਥੇ। ACP ਦੇ ਵਿੱਚ ਇਨਕਰੀਮੈਂਟ ਲਾਉਣਾ ਹੈ ਜਾਂ ਨਹੀਂ ਲਾਉਣਾ ਹੈ ਨਵੇਂ ਸਕੇਲ ਦੇ ਵਿੱਚ, ਉਹ ਅਸੀਂ ਤੁਹਾਡਾ ਕੰਟਰੋਲ ਇੱਥੇ ਦਿੱਤਾ, ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਜਾਂ DDO ਜੋ ਵੀ ਠੀਕ ਸਮੇਂ ਨੂੰ ਭਰ ਸਕਦੇ ਆ। ਇਹ ਡਿਟੇਲ ਭਰਨ ਤੋਂ ਬਾਅਦ ਆਪਾਂ ਇੱਥੇ ਕੈਲਕੂਲੇਟ ਦੇ ਬਟਨ ਤੇ ਕਲਿੱਕ ਕਰਨਾ। ਸੋ ਇਹ ਵਾਲਾ ਜੋ ਕੈਲਕੂਲੇਟ ਬਟਨ ਹੈ ਇਹ ਆਪਣੀ ਜੋ ਮੇਨ ਨਿਊ ਪੇ ਸਕੇਲ ਦੇ ਅਕੋਰਡਿੰਗ ਜੋ ਕੈਲਕੂਲੇਸ਼ਨ ਹੈ ਉਹ ਕਰਨ ਲਈ ਹੈ। ਅਗਰ ਜੋ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਸੀ ਇਹ ਕੈਲਕੂਲੇਟ ਇਹ ਸਿਰਫ ਨੋਸ਼ਨਲ ਪੇ ਕੈਲਕੂਲੇਸ਼ਨ ਕਰਨ ਲਈ 31/12/15 ਤੱਕ ਲਈ। ਸੋ ਆਪਾਂ ਹੁਣ ਇੱਥੇ ਕਲਿੱਕ ਕਰਦੇ ਹਾਂ। ਸਿਮਿਲਰਲੀ ਇਹ ਉਹਨਾਂ ਕੇ ਅਪਰੋਕਸੀਮੇਟਲੀ ਟਾਈਮ ਇੱਥੇ ਲੱਗਦਾ ਹੈ 15 ਤੋਂ 20 ਸਕਿੰਟ ਦਾ। ਸੋ ਇੱਥੇ ਡਨ ਲਿਖ ਕੇ ਆ ਗਏ, ਆਪਣੀ ਕੈਲਕੂਲੇਸ਼ਨ ਸਾਰੀਆਂ ਪੂਰੀਆਂ ਹੋ ਗਈਆਂ। ਸੋ ਆਪਾਂ ਦੋਨੋਂ ਪੇ ਦਾ ਆਪਾਂ ਕੰਪੈਰੀਜ਼ਨ ਕਰ ਸਕਦੇ ਹਾਂ। ਉਸ ਤੋਂ ਬਾਅਦ ਆਪਣੇ ਕੋਲ ਟੇਬਲ ਬਣਿਆ ਨੋਸ਼ਨਲ ਪੇ ਫਿਕਸੇਸ਼ਨ ਦਾ, ਫਿਰ ਉਸ ਤੋਂ ਬਾਅਦ ਜੋ ਆਪਣੀ ਨਿਊ ਪੇ ਸਕੇਲ ਆ ਉਹਦੇ ਅਕੋਰਡਿੰਗ ਟੇਬਲ ਬਣਿਆ। ਸੋ ਇੱਥੇ ਇਹ ਸਿਰਫ ਇੱਕ ਵਿਊ ਲੈਣ ਲਈ ਆ। ਸੋ ਅਗਰ ਤੁਸੀਂ ਦੇਖੋ ਇਹ ਪੂਰੀ ਇੱਕ ਰੋ ਜਿਹਦੇ ਸਾਹਮਣੇ ਸੀਰੀਅਲ ਨੰਬਰ 1 ਲਿਖਿਆ ਇਹ ਫਸਟ ਇੰਪਲੋਈ ਦੀ ਆ। ਸਿਮਿਲਰਲੀ ਆਪਾਂ ਸੈਕੰਡ ਇੰਪਲੋਈ ਦਾ ਕਰ ਸਕਦੇ ਹਾਂ, ਥਰਡ ਇੰਪਲੋਈ ਦਾ ਕਰ ਸਕਦੇ ਹਾਂ, ਸਾਰੀ ਡਿਟੇਲ ਆਪਾਂ ਇਹਦੇ ਵਿੱਚ ਰੱਖ ਸਕਦੇ ਹਾਂ। ਸੋ ਹੁਣ ਉਸ ਤੋਂ ਬਾਅਦ ਗੱਲ ਆਉਂਦੀ ਹੈ ਵੀ ਆਪਾਂ ਇਹਨਾਂ ਦਾ ਪ੍ਰਿੰਟ ਆਊਟ ਕਿਸ ਤਰ੍ਹਾਂ ਲੈਣਾ। ਸੋ ਪੇ ਫਿਕਸੇਸ਼ਨ ਪੇਜ ਤੇ ਆਵਾਂਗੇ। ਅਗਰ ਤੁਸੀਂ ਦੇਖੋ ਸਭ ਤੋਂ ਉੱਪਰ ਇੱਥੇ ਸੀਰੀਅਲ ਨੰਬਰ ਆਫ ਇੰਪਲੋਈ ਭਰਨਾ। ਜਿਸ ਤਰ੍ਹਾਂ ਆਪਾਂ ਇਹਦੇ ਵਿੱਚ ਜਿੰਨਾ ਸੀਰੀਅਲ ਜਿਸ ਇੰਪਲੋਈ ਆਪਾਂ ਡਿਟੇਲ ਲੈਣੀ ਚਾਹੁੰਦੇ ਆਪਾਂ ਉਹਦਾ ਸੀਰੀਅਲ ਨੰਬਰ ਲਿਖਾਂਗੇ। ਇਹ ਸੀਰੀਅਲ ਨੰਬਰ ਜੋ ਆਪਣੀ ਸਟਾਫ ਸ਼ੀਟ ਦੇ ਵਿੱਚ ਸੀਰੀਅਲ ਨੰਬਰ ਹੈ ਇਹ ਉਹ ਚੀਜ਼ ਹੈ। ਇੱਥੋਂ ਆਪਾਂ ਦੇਖ ਲੈਣਾ ਜਿਸ ਵੀ ਇੰਪਲੋਈ ਦਾ ਦੇਖਣਾ ਚਾਹੁੰਦੇ ਹਾਂ। ਜਿਸ ਤਰ੍ਹਾਂ ਆਪਾਂ ਹੁਣ ਸੀਰੀਅਲ ਨੰਬਰ 1 ਇੰਪਲੋਈ ਦੀ ਕੈਲਕੂਲੇਸ਼ਨ ਕੀਤੀ ਆ। ਸੋ ਆਪਾਂ ਇੱਥੇ ਭਰਾਂਗੇ ਸੀਰੀਅਲ ਨੰਬਰ 1। ਸੀਰੀਅਲ ਨੰਬਰ 1 ਤੇ ਜਦੋਂ ਆਪਾਂ ਕਲਿੱਕ ਕਰਦੇ ਹਾਂ ਉਸ ਤੋਂ ਬਾਅਦ ਉਹਨਾਂ ਦੀ ਆਪਾਂ ਡਿਟੇਲ ਇੱਥੇ ਆ ਗਈ ਆਪਣੇ ਕੋਲੇ। ਆਪਾਂ ਨੂੰ ਜਦੋਂ ਵੀ ਇਹ ਇੱਥੇ ਸੀਰੀਅਲ ਨੰਬਰ ਚੇਂਜ ਕਰਦੇ ਹਾਂ ਆਪਾਂ ਇੱਕ ਵਾਰੀ ਦੁਬਾਰਾ ਤੋਂ ਨਵੇਂ ਸਿਰਿਓਂ ਉਹਨਾਂ ਦੀ ਕੈਲਕੂਲੇਸ਼ਨਸ ਕਰਾਂਗੇ। ਇਹ ਕੈਲਕੂਲੇਸ਼ਨ ਥੋੜਾ ਜਿਹਾ ਟਾਈਮ ਵੱਧ ਲੈਂਦੀ ਕਿਉਂਕਿ ਇਸ ਜਦੋਂ ਆਪਾਂ ਕੈਲਕੂਲੇਟਰ ਬਟਨ ਤੇ ਕਲਿੱਕ ਕਰਦੇ ਹਾਂ ਇਹ ਨੋਸ਼ਨਲ ਤੇ ਜੋ ਮੇਨ ਕੈਲਕੂਲੇਸ਼ਨ ਦੋਨਾਂ ਨੂੰ ਇਕੱਠਾ ਕਰਦਾ ਹੈ। ਸੋ ਜਦੋਂ ਵੀ ਆਪਾਂ ਇੰਪਲੋਈ ਇੱਥੋਂ ਸੀਰੀਅਲ ਨੰਬਰ ਚੇਂਜ ਕਰਾਂਗੇ ਆਪਾਂ ਕੈਲਕੂਲੇਟਰ ਦੇ ਬਟਨ ਤੇ ਕਲਿੱਕ ਕਰਕੇ ਉਹਨੂੰ ਰੀਕੈਲਕੂਲੇਟ ਕਰ ਸਕਦੇ ਹਾਂ। ਸੋ ਇੱਥੇ ਕੈਲਕੂਲੇਟ ਕਰਨ ਦਾ ਤੇ ਸਟਾਫ ਸ਼ੀਟ ਵਿੱਚ ਕੈਲਕੂਲੇਟ ਕਰਨ ਦਾ ਡਿਫਰੈਂਸ ਇਹ ਆ ਵੀ ਇੱਥੇ ਤੁਸੀਂ ਭਾਵੇਂ ਕੈਲਕੂਲੇਟ ਕਰੋ ਭਾਵੇਂ ਚਾਹੇ ਨਾ ਕਰੋ, ਇਹ ਤੁਹਾਡੀ ਚੋਇਸ ਹੈ, ਸਿਰਫ ਇੱਕ ਵਿਊ ਲਈ ਆ। ਅਗਰ ਤੁਸੀਂ ਇੱਥੇ ਨਹੀਂ ਵੀ ਕਰਦੇ ਸਿਰਫ ਡਿਟੇਲ ਭਰ ਦਿਓ। ਪੇ ਫਿਕਸੇਸ਼ਨ ਦਾ ਪ੍ਰਿੰਟ ਲੈਣ ਸਮੇਂ ਅਗਰ ਤੁਸੀਂ ਕੈਲਕੂਲੇਟ ਕਰੋਗੇ ਤਾਂ ਉਸ ਟਾਈਮ ਤੇ ਜੋ ਕੈਲਕੂਲੇਸ਼ਨ ਆ ਉਹ ਫਾਈਨਲ ਹੋਣੀ ਹੈ। ਉਹ ਸਿਰਫ ਡਿਟੇਲ ਭਰਦੇ ਅਗਰ ਆਪਾਂ ਦੇਖਣਾ ਚਾਹੁੰਦੇ ਵੀ ਕਿਸ ਤਰ੍ਹਾਂ ਡਿਟੇਲ ਬਣੀ ਕਿੰਨੀ ਬਣੀ ਤਾਂ ਉਹਦਾ ਵਿਊ ਲੈਣ ਲਈ ਆਪਾਂ ਇੱਥੋਂ ਕੈਲਕੂਲੇਟ ਕਰ ਸਕਦੇ ਹਾਂ। ਅਦਰਵਾਈਜ਼ ਫਾਈਨਲ ਕੈਲਕੂਲੇਸ਼ਨ ਜੋ ਤੁਹਾਡੀ ਪ੍ਰਿੰਟ ਲੈਣ ਲਈ ਤੁਸੀਂ ਇੱਥੋਂ ਯੂਜ਼ ਕਰਨਾ। ਸੇਮ ਆਪਣਾ ਉਹੀ ਫਾਰਮੈਟ ਹੈ ਪ੍ਰਿੰਟ ਲਈ। ਔਰ ਜੋ ਇੱਧਰ ਸਾਈਡ ਤੇ ਟੇਬਲ ਆ ਰਹੇ ਇਹ ਪ੍ਰਿੰਟ ਦੇ ਵਿੱਚ ਨਹੀਂ ਆਉਣਗੇ, ਇਹ ਸਿਰਫ ਤੁਹਾਡੇ ਇੱਕ ਵਿਊ ਲਈ ਹੈ ਦੋਨਾਂ ਦੇ ਕੰਪੈਰੀਜ਼ਨ ਲਈ। ਜੋ ਆਪਣੇ ਨੀਚੇ ਪੇ ਸਕੇਲ ਜੋ ਆਪਣੀ ਡਿਟੇਲ ਬਣੀ ਹੈ ਐਗਜ਼ਿਸਟਿੰਗ ਪੇ ਤੇ ਰਿਵਾਈਜ਼ ਪੇ ਉਹਨਾਂ ਦੇ ਬਾਰੇ ਵਿਊ ਲੈਣ ਲਈ ਹੈ ਕਿ ਜੀ। ਸੋ ਪ੍ਰਿੰਟ ਦੇ ਅਗਰ ਤੁਸੀਂ ਦੇਖੋਗੇ ਤਾਂ ਆਪਣੇ ਕੋਲ ਸਿਰਫ ਇਹ ਜੋ ਦੋ ਪੇਜ ਨੇ ਇਹੀ ਪ੍ਰਿੰਟ ਦੇ ਵਿੱਚ ਹੋਣਗੇ। ਇੱਕ ਪਹਿਲਾ ਪੇ ਫਿਕਸੇਸ਼ਨ ਵਾਲਾ ਪੇਜ, ਦੂਸਰਾ ਪ੍ਰੀ ਫਿਲਡ ਆਪਸ਼ਨ ਫਾਰਮ। ਸੋ ਇਹ ਆਪਾਂ ਅਗਰ ਜ਼ਿਆਦਾ ਇੰਪਲੋਈ ਹੈ ਤਾਂ ਆਪਾਂ ਇਹ ਜੋ ਸ਼ੀਟਸ ਨੇ ਇਹ ਯੂਜ਼ ਕਰਾਂਗੇ। ਸੋ ਇਹ ਸੀ ਆਪਣਾ ਕੈਲਕੂਲੇਸ਼ਨ ਦੇ ਰਿਗਾਰਡਿੰਗ। ਉਸ ਤੋਂ ਲਾਸਟ ਵਿੱਚ ਹੈ ਬੈਕਅਪ ਲਈ। ਆਪਾਂ ਫਾਈਲ ਦੇ ਉੱਪਰ ਜੋ ਕਲਿੱਕ ਕਰਦੇ ਹਾਂ ਆਪਣੇ ਡਾਟੇ ਦਾ ਜੋ ਡਿਟੇਲ ਭਰੀ ਉਹ ਸਾਰੀ ਬੈਕਅਪ ਕ੍ਰੀਏਟ ਹੋ ਜਾਂਦਾ ਹੈ। ਰੀਸਟੋਰ ਬਟਨ ਹੈ ਜੋ ਹਾਲੇ ਅੰਡਰ ਡਿਵੈਲਪਮੈਂਟ ਹੈ। ਜੋ ਫਾਈਲ ਨੈਕਸਟ ਵਰਜ਼ਨ ਆਉਣਗੇ ਉਹਦੇ ਵਿੱਚ ਅਸੀਂ ਰੀਸਟੋਰ ਦਾ ਫਾਰਮੂਲੇ ਲਗਾ ਦਿਆਂਗੇ। ਸੋ ਇਹ ਸੀ ਇਹਨੂੰ ਯੂਜ਼ ਕਰਨ ਲਈ। ਸੋ ਮੈਂ ਇੱਕ ਲਾਸਟ ਵਿੱਚ ਬੇਨਤੀ ਇਹ ਜ਼ਰੂਰ ਕਰਨੀ ਚਾਹੂੰਗਾ, ਇਹਦੇ ਵਿੱਚ ਜੋ ਵੀ ਕੈਲਕੂਲੇਸ਼ਨਸ ਹੁੰਦੀਆਂ ਨੇ ਉਹ ਜੋ ਫਾਰਮੂਲੇ ਅਸੀਂ ਲਗਾਏ ਉਹਦੇ ਅਕੋਰਡਿੰਗ ਹੈ। ਸੋ ਇਹ ਇੱਕ ਫਾਈਲ ਸਾਰੇ ਤਰ੍ਹਾਂ ਦੇ ਕੇਸਿਸ ਨੂੰ ਸੋਲਵ ਨਹੀਂ ਕਰ ਸਕਦੀ ਜਾਂ ਫਾਰਮੂਲਾ ਲਗਾਉਣ ਦੇ ਵਿੱਚ ਸਾਡੇ ਤੋਂ ਕੋਈ ਗਲਤੀ ਵੀ ਹੋਈ ਹੋ ਸਕਦੀ ਹੈ।
ਸੋ ਪਲੀਜ਼ ਇਹਨੂੰ ਯੂਜ਼ ਕਰਨ ਤੋਂ ਬਾਅਦ ਜੋ ਵੀ ਤੁਹਾਡੀ ਕੈਲਕੂਲੇਸ਼ਨਸ ਨੇ ਉਸ ਨੂੰ ਇੱਕ ਵਾਰੀ ਆਪਣੇ ਪੱਧਰ 'ਤੇ ਜਾਂ DDO ਪੱਧਰ 'ਤੇ ਜ਼ਰੂਰ ਚੈੱਕ ਕਰ ਲਿਆ ਜਾਵੇ, ਕਿਉਂਕਿ ਸਾਡੇ ਤੋਂ ਕਈ ਵਾਰੀ ਕਿਤੇ ਨਾ ਕਿਤੇ ਕੋਈ ਨਾ ਕੋਈ ਕਮੀ ਪੇਸ਼ੀ ਰਹਿ ਸਕਦੀ ਹੈ। ਬਾਕੀ ਤੁਸੀਂ ਆਪਣੇ ਸੁਜੈਸ਼ਨਸ ਜਿਸ ਤਰ੍ਹਾਂ ਪਹਿਲਾਂ ਦਿੱਤੇ ਸਾਨੂੰ ਅੱਗੇ ਵੀ ਦਿੰਦੇ ਰਹੋ, ਅਸੀਂ ਜੋ ਵੀ ਕੋਈ ਗਲਤੀ ਇਹ 'ਚ ਸਾਨੂੰ ਪਤਾ ਲੱਗੂਗੀ ਉਹਨੂੰ ਇੰਪਰੂਵ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਜੀ। ਸੋ ਆਖਿਰ ਵਿੱਚ ਮੈਂ ਇੱਕ ਬੇਨਤੀ ਨਾਲ ਹੀ ਹੋਰ ਕਰਨੀ ਚਾਹੂੰਗਾ, ਇਸ ਸੋਫਟਵੇਅਰ ਨੂੰ, ਇਸ ਸ਼ੀਟ ਨੂੰ ਜਦੋਂ ਵੀ ਯੂਜ਼ ਕਰਨਾ ਤਾਂ ਉਹਦਾ ਪਹਿਲਾਂ ਲੇਟੈਸਟ ਵਰਜ਼ਨ ਤੁਸੀਂ ਇਸ ਦਿੱਤੇ ਗਏ ਲਿੰਕ 'ਤੇ, ਜੋ ਫੇਸਬੁੱਕ ਦਾ ਲਿੰਕ ਹੈ ਜਾਂ ਜੋ pmspunjab.in ਵੈਬਸਾਈਟ ਹੈ, ਉਹਦੇ ਉੱਪਰ ਤੁਸੀਂ ਲੇਟੈਸਟ ਵਰਜ਼ਨ ਜ਼ਰੂਰ ਚੈੱਕ ਕਰ ਲਓ। ਇਸ ਸ਼ੀਟ ਨੂੰ ਕਿੱਥੋਂ ਡਾਊਨਲੋਡ ਕਰਨਾ ਇਹਦੇ ਬਾਰੇ ਬਹੁਤ ਸਾਰੀਆਂ ਕਾਲਸ ਆਉਂਦੀਆਂ ਨੇ ਜਾਂ ਮੈਸੇਜ ਆਉਂਦੇ ਆ, ਸੋ ਮੈਂ ਦੁਬਾਰਾ ਦੱਸ ਰਿਹਾ, ਉੱਪਰ ਵੈਬਸਾਈਟ ਦਿੱਤੀ ਹੋਈ ਹੈ pmspunjab.in, ਇਹਦੇ 'ਤੇ ਤੁਸੀਂ ਦੇਖੋ ਬਟਨ ਇੱਕ ਬਣਿਆ ਹੋਇਆ, ਉੱਥੋਂ ਤੁਸੀਂ ਡਾਊਨਲੋਡ ਕਰ ਸਕਦੇ ਹੋ, ਜਾਂ ਜੋ ਫੇਸਬੁੱਕ ਦਾ ਪੇਜ ਹੈ ਇਹਦੇ ਤੋਂ ਤੁਸੀਂ ਡਾਊਨਲੋਡ ਕਰ ਸਕਦੇ ਹੋ। ਜੋ ਟਿਊਟੋਰੀਅਲ ਵੀਡੀਓਜ਼ ਨੇ, ਅਗਰ ਇਸ ਤੋਂ ਬਾਅਦ ਵੀ ਫਿਊਚਰ 'ਚ ਵੀ ਅਗਰ ਮੈਂ ਕੋਈ ਵੀਡੀਓ ਪਾਉਣਾ ਤਾਂ ਇਹ ਜੋ YouTube ਚੈਨਲ ਹੈ ਇਹਦੇ ਉੱਤੇ ਵੀਡੀਓਜ਼ ਉਹ ਸ਼ੇਅਰ ਕੀਤੇ ਜਾਣਗੇ, ਤੁਸੀਂ ਉਸ ਮਤਲਬ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਸਕਦੇ ਹੋ, ਜਾਂ ਉੱਥੋਂ ਤੁਸੀਂ ਆਪਣਾ ਜੋ ਵੀ ਵੀਡੀਓ ਨੇ ਉਹ ਦੇਖ ਸਕਦੇ ਹੋ। ਜਿਸ ਤਰ੍ਹਾਂ ਇਹ ਪਹਿਲਾਂ ਵਾਲਾ ਵੀਡੀਓ ਇੱਥੇ ਪਿਆ, ਜੋ ਫਰਦਰ ਵੀਡੀਓ ਆਉਣਗੇ ਉਹ ਵੀ ਆਪਾਂ ਇਹਦੇ 'ਤੇ ਹੋਣਗੇ, ਤੁਸੀਂ ਜਦੋਂ ਵੀ ਤੁਹਾਨੂੰ ਲੋੜ ਲੱਗੇ ਤੁਸੀਂ ਦੇਖ ਸਕਦੇ ਹੋ। ਸੋ ਥੈਂਕ ਯੂ।